एक मौत है जिहदे ते किसे दा जोर नहीं चलदा। फिर चाहे कोई पूरी दुनिया दा राजा क्यों ना होवे, चाहे उसदे कोल कुल खलकत जिन्ना पैसा ही क्यों ना होवे, इसे करके तां जीवन नूं अनमोल कहंदे ने। पर जिउंदे जी साडे विचों बहुते लोक इस नूं समझ नहीं सकदे। मापिਆਂ ਤੋਂ ਭਰ ਜਵਾਨੀ ਦੇ ਵਿੱਚ ਵਿਛੜੇ ਪੁੱਤ ਸ਼ੁਭਦੀਪ ਸਿੰਘ ਸਿੱਧੂ ਨੂੰ ਮਾਨਸਾ ਦੇ ਵਿੱਚ ਅੱਜ ਲੱਖਾਂ ਲੋਕਾਂ ਨੇ ਸ਼ਰਧਾਂਜਲੀ ਦਿੱਤੀ। ਪਿਤਾ ਨੇ ਪੁੱਛਿਆ ਇਸ ਸਿਸਟਮ ਤੋਂ, ਕਾਤਲਾਂ ਤੋਂ ਕਿ ਮੈਨੂੰ ਦੱਸਤਾ ਦਿਓ ਮੇਰੇ ਪੁੱਤ ਦਾ ਕਸੂਰ ਕੀ ਸੀ। ਜੇ ਸਿਸਟਮ ਠੀਕ ਨਾ ਕੀਤਾ ਤਾਂ ਅੱਜ ਮੇਰਾ ਮੁੱਕਿਆ, ਕੱਲ ਨੂੰ ਕਿਸੇ ਹੋਰ ਦਾ ਵੀ ਮੁੱਕ ਸਕਦਾ ਹੈ। ਮਾਂ ਨੇ ਦਸਤਾਰਾਂ ਸਜਾਉਣ, ਮਾਪਿਆਂ ਦੀ ਸੇਵਾ ਕਰਨ ਤੇ ਰੁੱਖ ਲਾਉਣ ਦਾ ਸੱਦਾ ਦਿੱਤਾ ਹੈ। ਭੋਗ ਮੌਕੇ ਪਹੁੰਚੇ ਲੋਕਾਂ ਨੇ ਇਨਸਾਫ ਮੰਗਿਆ, ਗੋਲਡੀ ਬਰਾੜ ਨੂੰ ਪੰਜਾਬ ਲਿਆਂਦਾ ਜਾਵੇ। ਮੁੱਖ ਮੰਤਰੀ ਮਾਨ ਨੇ ਭੋਗ ਮੌਕੇ ਸ਼ੋਕ ਸੰਦੇਸ਼ ਭੇਜਿਆ ਅਤੇ ਕਿਹਾ ਕਿ ਸਿੱਧੂ ਮੂਸੇਵਾਲੇ ਦੀ ਮੌਤ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕੇਂਦਰ ਨੇ ਝੋਨੇ ਦੇ ਭਾਅ ਦੇ ਵਿੱਚ 100 ਰੁਪਏ ਦਾ ਵਾਧਾ ਕਰਕੇ MSP 2040 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਹੈ। ਜ਼ਹਿਰ ਉਗਲਣ ਵਾਲੀ ਬੀਜੇਪੀ ਦੀ ਲੀਡਰ ਨੂਪੁਰ ਸ਼ਰਮਾ ਦੇ ਬਿਆਨ ਤੋਂ ਬਾਅਦ ਭਾਰਤ ਨੂੰ ਅਲ-ਕਾਇਦਾ ਤੋਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਨੇ। ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ। ਸ਼ੁਰੂਆਤ ਕਰਾਂਗੇ ਪੰਜਾਬ ਦੀਆਂ ਖਾਸ ਖਬਰਾਂ ਤੋਂ ਤੇ ਪੰਜਾਬ ਦੀਆਂ ਖਾਸ ਖਬਰਾਂ ਵਿੱਚ ਸਭ ਤੋਂ ਪਹਿਲਾਂ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲੇ ਦੀ ਅੰਤਿਮ ਅਰਦਾਸ ਦੇ ਨਾਲ ਜੁੜੀ ਸਾਰੀ ਅੱਜ ਦੀ ਖਬਰ ਤੁਹਾਨੂੰ ਦੱਸਦੇ ਹਾਂ। ਮੇਰਾ ਕਰਾਰ ਉਸ ਪਰਮ ਆਤਮਾ ਨਾਲ ਹੈ ਜਿਸ ਨੂੰ ਅਸੀਂ ਸਾਰੇ ਪਰਮਾਤਮਾ ਕਹਿੰਦੇ ਹਾਂ। ਸੋ ਆਮ ਤੇ ਖਾਸ ਨੂੰ ਅਜੇ ਐਲਾਨ ਆ ਕਿ ਸ਼ੁਭਦੀਪ ਸਿੰਘ ਸਿੱਧੂ ਯਾਨੀ ਕਿ ਸਿੱਧੂ ਮੂਸੇਵਾਲਾ ਨਾ ਕਿਸੇ ਨਾਲ ਵੱਜਿਆ ਸੀ ਤੇ ਨਾ ਹੀ ਕਿਸੇ ਨਾਲ ਵੱਜਿਆ ਹੈ। ਸਿੱਧੂ ਸਿੱਧਾ ਹੈ ਪਰ ਸਿੱਧੂ ਖੁੱਲਾ ਸਾਨ ਵੀ ਹੈ। ਸਿੱਧੂ ਵੱਜੂ ਤਾਂ ਸਿੱਧਾ ਹਿੱਕ ਵਿੱਚ ਵੱਜੂ। ਕਾਲ ਦੀ ਕਲਮ, ਵਰਤਮਾਨ ਦੀ ਸਿਆਹੀ ਤੇ ਆਉਂਦੇ ਭਵਿੱਖ ਦੀ ਮੇਰੇ ਅਦਬ ਦੀ ਚੜ੍ਹਦੀ ਕਲਾ ਮੇਰੇ ਉਸ ਪਰਮਾਤਮਾ ਦੀ ਨਜ਼ਰ ਹੈ। ਉਸ ਪਰਮਾਤਮਾ ਦਾ ਸ਼ੁਕਰਾਨਾ ਹੈ ਤੇ ਮੇਰੇ ਉਸੇ ਵਾਹਿਗੁਰੂ ਦੀ ਦਾਤ ਹੈ। ਆਮ ਸਾਈਨ ਟੂ ਗਾਡ। ਕਈ ਲੋਕ ਉਹਨੂੰ ਗੈਂਗਸਟਰ ਦੱਸਦੇ ਸੀ ਪਰ ਉਹ ਗੰਦੇ ਸਿਸਟਮ ਦੀ ਭੇਂਟ ਚੜ ਗਿਆ। ਉਹ ਟੁਪਾਕ ਸ਼ਾਕੁਰ ਦਾ ਜਨੂਨੀ ਪ੍ਰਸ਼ੰਸਕ ਸੀ ਤੇ ਆਖਿਰਕਾਰ ਉਸੇ ਤਰ੍ਹਾਂ ਦੀ ਹੀ ਮੌਤ ਮਰ ਗਿਆ। ਤੇ ਆਪਣੇ ਕੁਝ ਦਿਨ ਪਹਿਲਾਂ ਕੱਢੇ ਗਾਣੇ ਦਾ ਲਾਸਟ ਰਾਈਡ ਦੇ ਬੋਲ ਆਪਣੇ ਤੇ ਹੀ ਸੱਚ ਕਰ ਗਿਆ। ਉਹ ਕਹਿੰਦਾ ਸੀ ਸਿੱਧੂ ਮੂਸੇਵਾਲਾ ਦਿਲ ਦਾ ਨਹੀਂ ਮਾੜਾ। ਸਿੱਧੂ ਮੂਸੇਵਾਲਾ ਸ਼ੁਭਦੀਪ ਸਿੰਘ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਨੂੰ ਆਖਰੀ ਵਿਦਾਈ ਦੇ ਦਿੱਤੀ ਗਈ ਹੈ। 8 ਜੂਨ ਨੂੰ ਮੂਸੇਵਾਲੇ ਨੂੰ ਸ਼ਰਧਾਂਜਲੀ ਦੇਣ ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਲਈ ਮਾਨਸਾ ਦੀ ਅਨਾਜ ਮੰਡੀ ਦੇ ਵਿੱਚ ਦੇਸ਼ ਭਰ ਤੋਂ ਚਾਹੁਣ ਵਾਲਿਆਂ ਦਾ ਵੱਡਾ ਇਕੱਠ ਹੋਇਆ। ਹਰ ਕੋਈ ਮਰਹੂਮ ਗਾਇਕ ਦੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਦੇਣਾ ਚਾਹੁੰਦਾ ਸੀ। ਪਹੁੰਚਿਆ ਇਕੱਠ ਲੱਖਾਂ ਦੀ ਗਿਣਤੀ ਤੋਂ ਘੱਟ ਨਹੀਂ ਸੀ। ਨੌਜਵਾਨ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਵਾਲੀਆਂ ਟੀ-ਸ਼ਰਟਾਂ, ਬੈਚ ਤੇ ਟੈਟੂ ਬਣਵਾ ਕੇ, ਪੱਗਾਂ ਬੰਨ੍ਹ ਕੇ ਵੱਡੀ ਗਿਣਤੀ ਦੇ ਵਿੱਚ ਸਿੱਧੂ ਅਮਰ ਰਹੇ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇ ਵੀ ਲਾਉਂਦੇ ਦਿਖਾਈ ਦਿੱਤੇ। ਸ਼ਰਧਾਂਜਲੀ ਸਮਾਗਮ ਦੇ ਵਿੱਚ ਕੁਝ ਇਸ ਤਰੀਕੇ ਦੇ ਨਾਲ ਇਹ ਨੌਜਵਾਨ ਪਹੁੰਚੇ। ਦੂਰ ਦੂਰ ਤੱਕ ਜਾਮ ਲੱਗ ਗਏ। ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਪੌਦੇ ਵੰਡੇ, ਕਈਆਂ ਨੇ ਖੂਨਦਾਨ ਕਰਕੇ ਸਿੱਧੂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਹਾਈ ਪ੍ਰੋਫਾਈਲ ਸਮਾਗਮ ਦੇ ਮੱਦੇਨਜ਼ਰ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਨੇ ਵੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਸੀ। ਮਾਨਸਾ ਦੇ ਪੁਲਿਸ ਪ੍ਰਸ਼ਾਸਨ ਦੇ ਨਾਲ ਹੋਰ ਜ਼ਿਲ੍ਹਿਆਂ ਤੋਂ ਵੀ ਪੁਲਿਸ ਦੀਆਂ ਟੀਮਾਂ ਮੰਗਵਾਈਆਂ ਗਈਆਂ ਸੀ। ਪਰਿਵਾਰ ਦੀ ਸਹਿਮਤੀ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਟੇਜ ਤੋਂ ਲੈ ਕੇ ਲੰਗਰ ਤੱਕ ਦੀ ਸਾਰੀ ਜ਼ਿੰਮੇਵਾਰੀ ਨਿਭਾਈ। ਪਰਿਵਾਰ ਸਮੇਤ ਮੂਸਾ ਪਿੰਡ ਅਤੇ ਸ਼੍ਰੋਮਣੀ ਕਮੇਟੀ ਨੇ ਲੰਗਰ ਸਮੇਤ ਹਰ ਤਰ੍ਹਾਂ ਦੇ ਖਾਸ ਪ੍ਰਬੰਧ ਕੀਤੇ ਹੋਏ ਸੀ। ਇਕੱਠ ਇੰਨਾ ਜ਼ਿਆਦਾ ਸੀ ਕਿ ਮਾਨਸਾ ਸ਼ਹਿਰ ਦੇ ਵਿੱਚ ਸਾਰੀਆਂ ਸੜਕਾਂ ਤੇ 7-7 ਕਿਲੋਮੀਟਰ ਤੱਕ ਲੰਬੇ ਜਾਮ ਲੱਗ ਗਏ। ਅਰਦਾਸ ਸਮਾਗਮ ਤੇ ਪਹੁੰਚਣ ਵਾਲੇ ਕੁਝ ਲੋਕ ਪਹਿਲਾਂ ਜਵਾਰ ਕੇ ਘਟਨਾ ਸਥਾਨ ਤੇ ਵੀ ਗਏ, ਫਿਰ ਸਿੱਧੂ ਦੇ ਪਿੰਡ ਮੂਸਾ ਦੇ ਵਿੱਚ ਅੰਤਿਮ ਸੰਸਕਾਰ ਵਾਲੀ ਥਾਂ ਤੇ ਵੀ ਜਾਂਦੇ ਦੇਖੇ ਗਏ। ਸਵੇਰੇ 7 ਵਜੇ ਤੋਂ ਲੈ ਕੇ ਹੀ ਗੁਰੂ ਘਰ ਦੇ ਕੀਰਤਨੀਆਂ ਨੇ ਰਸ ਭਿੰਨਾ ਕੀਰਤਨ ਸ਼ੁਰੂ ਕਰ ਦਿੱਤਾ ਸੀ। ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੇ ਕਥਾ ਸਰਵਣ ਕਰਵਾਈ, ਸੰਗਤਾਂ ਨੂੰ ਇਤਿਹਾਸ ਦਾ ਵਿਖਿਆਨ ਕੀਤਾ। ਉਸ ਤੋਂ ਬਾਅਦ ਅਰਦਾਸ ਕੀਤੀ ਗਈ ਤੇ ਫਿਰ ਹੁਕਮਨਾਮਾ ਆਇਆ। ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੋ ਬਕੋ ਸੁਭ ਰਸਨਾ ਦੀਜੈ ਪ੍ਰਾਨ ਅਕੋਰ। ਅਰਦਾਸ ਤੋਂ ਬਾਅਦ ਗਿਆਨੀ ਹਰਪਾਲ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵੱਲੋਂ ਮਾਪਿਆਂ ਨੂੰ ਸਿਰੋਪਾਓ ਭੇਂਟ ਕੀਤਾ ਗਿਆ। ਇਸੇ ਤਰ੍ਹਾਂ ਹਰਿਆਣਾ ਦੀ ਸੰਗਤ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਮਾਪਿਆਂ ਨੂੰ ਸਿਰੋਪਾਓ ਦਿੱਤਾ।
ਅੰਤਿਮ ਅਰਦਾਸ ਦੇ ਵਿੱਚ ਪੰਜਾਬ ਤੋਂ ਹੀ ਨਹੀਂ ਬਲਕਿ ਹਰਿਆਣਾ ਸਮੇਤ ਹੋਰ ਗੁਆਂਢੀ ਸੂਬਿਆਂ ਤੋਂ ਵੀ ਪ੍ਰਸ਼ੰਸਕ ਪਹੁੰਚੇ ਹੋਏ ਸੀ ਅਤੇ ਕੁਝ ਲੋਕ ਵਿਦੇਸ਼ਾਂ ਤੋਂ ਵੀ ਪਹੁੰਚੇ ਹੋਏ ਸੀ। ਕਲਾਕਾਰਾਂ ਦੇ ਵਿੱਚੋਂ ਗੁਰਪ੍ਰੀਤ ਘੁੱਗੀ, ਰੇਸ਼ਮ ਅਨਮੋਲ, ਜਸਵਿੰਦਰ ਬਰਾੜ, ਕੌਰ ਬੀ, ਮੈਂਡੀ ਤੱਖੜ, ਕੁਲਵਿੰਦਰ ਬਿੱਲਾ ਤੇ ਹੋਰ ਕਈ ਕਲਾਕਾਰਾਂ ਸਣੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਾਬਕਾ ਵਿਧਾਇਕ ਦਲਬੀਰ ਗੋਲਡੀ ਵੀ ਅਰਦਾਸ ਦੇ ਵਿੱਚ ਸ਼ਾਮਿਲ ਹੋਏ। ਹਾਲਾਂਕਿ ਸ਼ੁਭਦੀਪ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਲੇ ਕਈਆਂ ਦੀਆਂ ਸੱਧਰਾਂ ਤਾਂ ਅਧੂਰੀਆਂ ਹੀ ਰਹਿ ਗਈਆਂ। ਪੰਜਾਬ ਹੀ ਨਹੀਂ ਪੂਰੇ ਭਾਰਤ ਦੇ ਕੋਨੇ-ਕੋਨੇ ਵਿੱਚੋਂ ਲੱਖਾਂ ਦੀ ਗਿਣਤੀ ਵਿੱਚ ਫੈਨ ਆਪਣੇ ਮਹਿਬੂਬ ਗਾਇਕ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੇ ਲਈ ਵਹੀਰਾਂ ਘੱਟ ਕੇ ਘਰੋਂ ਤਾਂ ਨਿਕਲੇ, ਪਰ ਲੋਕਾਂ ਦੇ ਹੜ੍ਹ ਕਾਰਨ ਭੋਗ ਵਾਲੀ ਥਾਂ ਤੇ ਪਹੁੰਚ ਨਹੀਂ ਸਕੇ। ਦ ਖਾਲਸ ਟੀਵੀ ਦੀ ਟੀਮ ਨੇ ਦੇਖਿਆ ਕਿ ਭੋਗ ਵਾਲੀ ਥਾਂ ਤੋਂ ਚਾਰੇ ਪਾਸੇ 7 ਤੋਂ 8-8 ਕਿਲੋਮੀਟਰ ਲੰਬੇ ਜਾਮ ਲੱਗ ਗਏ ਸੀ। ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਸੀ। ਨਾ ਤਾਂ ਕੋਈ ਅੱਗੇ ਵੱਧ ਪਾ ਰਿਹਾ ਸੀ, ਨਾ ਹੀ ਕੋਈ ਪਿੱਛੇ ਮੁੜ ਪਾ ਰਿਹਾ ਸੀ। ਹੌਲੀ-ਹੌਲੀ ਪ੍ਰਸ਼ਾਸਨ ਨੇ ਇਸ ਜਾਮ ਨੂੰ ਖੁਲਵਾਇਆ। ਹਾਲਾਂਕਿ ਇਸ ਸਮਾਗਮ ਤੋਂ ਸਿਆਸੀ ਲੀਡਰ ਤਕਰੀਬਨ ਸਾਰੀਆਂ ਪਾਰਟੀਆਂ ਦੇ ਦੂਰ ਹੀ ਰਹੇ। ਕਾਂਗਰਸ ਦੇ 1-2 ਲੀਡਰ ਜਿਹੜੇ ਤੁਹਾਨੂੰ ਦੱਸੇ ਨੇ ਉਹੀ ਇੱਥੇ ਦੇਖੇ ਗਏ ਤੇ ਇਸ ਕਰਕੇ ਵਾਹਨਾਂ ਦਾ ਜਮਖੜਾ ਵੀ ਘੱਟ ਰਿਹਾ ਤੇ ਰਾਹਤ ਵਾਲੀ ਗੱਲ ਵੀ ਰਹੀ, ਕਿਉਂਕਿ ਆਮ ਲੋਕਾਂ ਨੇ ਵੱਡੀ ਗਿਣਤੀ ਵਿੱਚ ਇੱਥੇ ਪਹੁੰਚਣਾ ਸੀ। ਪਿੰਡ ਮੂਸਾ ਦੇ ਸਾਰੇ ਪਰਿਵਾਰਾਂ ਨੇ ਅੰਤਿਮ ਅਰਦਾਸ ਦੇ ਵਿੱਚ ਸ਼ਮੂਲੀਅਤ ਕੀਤੀ। ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਲਈ ਪਹੁੰਚੇ ਹੋਏ ਸੀ। ਆਮ ਟ੍ਰੈਫਿਕ ਦੇ ਵਿੱਚ ਵੀ ਵਿਘਨ ਪਿਆ। ਪੈਟਰੋਲ ਪੰਪਾਂ ਤੇ ਵੀ ਤੇਲ ਪਵਾਉਣ ਵਾਲਿਆਂ ਦੀਆਂ ਲੰਬੀਆਂ ਲਾਈਨਾਂ ਦੇਖੀਆਂ ਗਈਆਂ। ਪੁੱਤ ਦੇ ਸ਼ਰਧਾਂਜਲੀ ਸਮਾਗਮ ਦੇ ਵਿੱਚ ਪਿਤਾ ਬਲਕੌਰ ਸਿੰਘ ਨੇ ਭਾਵੁਕ ਤਕਰੀਰ ਕਰਦਿਆਂ ਪੰਜਾਬ ਨੂੰ ਅੱਗ ਵਿੱਚੋਂ ਕੱਢਣ ਦੀ ਹੂਕ ਮਾਰੀ। ਪਿਤਾ ਚਮਕੌਰ ਸਿੰਘ ਨੇ ਕਾਤਲਾਂ ਤੋਂ ਤੇ ਇਸ ਸਿਸਟਮ ਤੋਂ ਪੁੱਛਿਆ ਕਿ ਮੈਨੂੰ ਦੱਸਤਾ ਦਿਓ ਆਖਿਰ ਮੇਰੇ ਪੁੱਤ ਦਾ ਕਸੂਰ ਕੀ ਸੀ। ਸਰਕਾਰਾਂ ਨੂੰ ਬੇਨਤੀ ਵੀ ਕੀਤੀ ਕਿ ਅੱਜ ਮੇਰਾ ਮੁੱਕਿਆ, ਕੱਲ ਨੂੰ ਕਿਸੇ ਦਾ ਵੀ ਮੁੱਕ ਸਕਦਾ ਹੈ, ਇਸ ਕਰਕੇ ਸਿਸਟਮ ਨੂੰ ਠੀਕ ਕਰ ਲਓ। ਉਹਨਾਂ ਸਵਾਲ ਵੀ ਚੁੱਕੇ ਕਿ ਨਾ ਤਾਂ ਸਿੱਧੂ ਦੀ ਕਿਸੇ ਨਾਲ ਲਾਗ ਡਾਟ ਸੀ, ਨਾ ਹੀ ਉਹਨੇ ਕਦੇ ਕਿਸੇ ਨਾਲ ਵਧੀਕੀ ਕੀਤੀ ਸੀ। ਜੇ ਉਹ ਇੰਨਾ ਹੀ ਗਲਤ ਹੁੰਦਾ ਤਾਂ ਉਹ ਆਪਣੇ ਨਾਲ ਨਿੱਜੀ ਸੁਰੱਖਿਆ ਰੱਖਦਾ, ਵੱਡੀ ਸੁਰੱਖਿਆ ਰੱਖਦਾ। ਜੇ ਉਸਨੂੰ ਡਰ ਸੀ, ਉਹ ਤਾਂ ਸਿੱਧਾ ਸਾਦਾ ਪੁੱਤ ਸੀ, ਉਸਨੂੰ ਕਿਸੇ ਦਾ ਕੋਈ ਡਰ ਪੈ ਨਹੀਂ ਸੀ ਕਿਉਂਕਿ ਉਸਨੇ ਕੋਈ ਗਲਤ ਕੰਮ ਨਹੀਂ ਕੀਤਾ ਸੀ। ਫਿਰ ਵੀ ਉਸਨੂੰ ਮਾਰ ਦਿੱਤਾ ਗਿਆ। ਕੀ ਤੋਂ ਜਾ ਕੇ ਪੁੱਛੀਏ ਕਿ ਉਹਨੂੰ ਕਿਉਂ ਮਾਰਿਆ। ਪਿਤਾ ਨੇ ਸ਼ੁਭਦੀਪ ਦੇ ਵੱਲੋਂ ਬਚਪਨ ਦੇ ਵਿੱਚ ਜਿਸ ਤਰੀਕੇ ਦਾ ਜੀਵਨ ਜੀਵਿਆ, ਜੋ ਹੰਡਾਇਆ ਅਤੇ ਜੋ ਸੰਘਰਸ਼ ਕੀਤਾ ਸਟੂਡੈਂਟ ਲਾਈਫ ਤੱਕ, ਉਹ ਗੱਲਾਂ ਦੱਸ ਕੇ ਸਾਰਿਆਂ ਨੂੰ ਭਾਵੁਕ ਵੀ ਕਰ ਦਿੱਤਾ। ਉਹਨਾਂ ਦੱਸਿਆ ਕਿ ਸ਼ੁਭਦੀਪ ਨੇ ਦੂਜੀ ਤੋਂ ਲੈ ਕੇ 12ਵੀਂ ਜਮਾਤ ਤੱਕ ਦੀ ਪੜ੍ਹਾਈ ਕਾਫੀ ਸੰਘਰਸ਼ ਦੇ ਨਾਲ ਕੀਤੀ। ਸਾਈਕਲ ਤੇ ਰੋਜ਼ਾਨਾ 25 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਸ ਨੂੰ ਜਾਣਾ ਪੈਂਦਾ ਸੀ। ਜਦੋਂ ਵੱਡਾ ਹੋਇਆ ਤਾਂ ਜੇਬ ਖਰਚਾ ਘਰੋਂ ਮੰਗਣ ਦੀ ਥਾਂ ਆਪਣੇ ਗਾਣੇ ਵੇਚ ਕੇ ਆਪਣਾ ਖਰਚਾ ਚਲਾ ਲੈਂਦਾ ਸੀ। ਉਹਨਾਂ ਇਹ ਵੀ ਕਿਹਾ ਕਿ ਚਾਹੇ ਉਹਨਾਂ ਦੇ ਪੁੱਤ ਦਾ ਸਦਮਾ ਅਸਹਿ ਹੈ, ਪਰ ਲੋਕਾਂ ਦੇ ਮਿਲੇ ਪਿਆਰ ਨੇ ਉਹਨਾਂ ਨੂੰ ਜਿਉਣ ਦਾ ਸਹਾਰਾ ਜ਼ਰੂਰ ਦੇ ਦਿੱਤਾ। ਲੋਕਾਂ ਦਾ ਧੰਨਵਾਦ ਕੀਤਾ ਕਿ ਮੇਰੇ ਸਿਰ ਤੇ ਪਹਾੜ ਜਿੱਡਾ ਦੁੱਖ ਹੈ, ਜ਼ਿੰਦਗੀ 'ਚ ਕੋ ਹਨੇਰਾ ਹੋ ਗਿਆ, ਪਰ ਤੁਹਾਡੇ ਸਹਿਯੋਗ ਦੇ ਨਾਲ ਮੇਰਾ ਦੁੱਖ ਥੋੜਾ ਜਿਹਾ ਘਟਿਆ ਹੈ। ਅੱਜ ਅਸੀਂ ਕਿੱਥੋਂ ਕਿੱਥੇ ਤੱਕ ਪਹੁੰਚ ਗਏ ਹਾਂ, ਪਰ ਅਸੀਂ ਗੁਰਬਾਣੀ ਦੇ ਹੁਕਮ ਦੇ ਮੁਤਾਬਿਕ ਗੁਰਬਾਣੀ ਦੇ ਸਹਾਰੇ ਦੇ ਨਾਲ ਅਗਲੀ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਾਂਗੇ। ਪਿਤਾ ਨੇ ਸੋਸ਼ਲ ਮੀਡੀਆ ਦੇ ਮੂਹਰੇ ਹੱਥ ਬੰਨ੍ਹ ਕੇ ਬੇਨਤੀ ਕੀਤੀ ਹੈ। ਸ਼ਰਮਸਾਰ ਵੀ ਹੋਣਾ ਚਾਹੀਦਾ ਇੱਥੇ ਉਸ ਮੀਡੀਆ ਨੂੰ ਜਿਹੜੇ ਇਸ ਤਰ੍ਹਾਂ ਦੀਆਂ ਖਬਰਾਂ ਚਲਾਉਂਦੇ ਨੇ, ਝੂਠੀਆਂ ਖਬਰਾਂ ਸਿਰਫ ਫੇਕ ਵਿਊਜ਼ ਅਤੇ ਪੈਸੇ ਕਮਾਉਣ ਦੀ ਖਾਤਰ ਚਲਾਉਂਦੇ ਨੇ। ਉਹਨਾਂ ਕਿਹਾ ਕਿ ਮੇਰੇ ਪਰਿਵਾਰ ਬਾਰੇ ਤੇ ਮੇਰੇ ਪੁੱਤ ਦੇ ਸਿਵੇ ਬਾਰੇ ਝੂਠੀਆਂ ਕਹਾਣੀਆਂ ਨਾ ਚਲਾਇਓ, ਪੈਸੇ ਨਾ ਕਮਾਇਓ। ਅਸੀਂ ਜਿਉਣਾ ਚਾਹੁੰਦੇ ਹਾਂ, ਇਸ ਤੋਂ ਬਾਅਦ ਹੁਣ ਅਸੀਂ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ, ਗਲਤ ਖਬਰਾਂ ਨਾ ਚਲਾਇਓ। ਸੋਸ਼ਲ ਮੀਡੀਆ ਤੇ ਮੇਰੇ ਮੂਹਰੇ ਹੱਥ ਬੰਨ੍ਹ ਕੇ ਤੁਹਾਡੇ ਮੂਹਰੇ ਬੇਨਤੀ ਹੈ ਵੀਰੋ, ਦੁੱਖ ਅਸੀਂ ਪੁੱਤ ਦਾ ਜਰ ਲਾਂਗੇ। ਤੁਹਾਡੇ ਨਾਲ ਵਾਅਦਾ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਅਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਨਾ ਕਿਵੇਂ ਰੋੜਨ ਦਾ ਹੀਲਾ ਕਰ ਲਾਂਗੇ, ਪਰ ਮੇਰੇ ਪਰਿਵਾਰ ਨੂੰ, ਮੇਰੇ ਪੁੱਤ ਦੇ ਸਿਵੇ ਨੂੰ ਉੱਤੇ ਵੱਖ-ਵੱਖ ਖਬਰਾਂ ਨਾ ਬਣਾਇਓ, ਉਹਨੂੰ ਕਿਤੇ ਕਹਾਣੀਆਂ ਬਣਾ ਕੇ ਸਟੋਰੀਆਂ ਨਾ ਪਾਇਓ। ਮੈਂ ਪੁੱਤ ਗਵਾਇਆ, ਜਦੋਂ ਮੈਂ ਦੇਖਦਾ, ਮੈਂ ਫੋਨ ਨਹੀਂ ਦੇਖਿਆ ਵੀਰੋ ਜਿੱਦਣ ਦੀ ਘਟਨਾ ਹੋਈ ਹੈ। ਮੈਂ ਜਦੋਂ ਪੜ੍ਹਦਾ ਮੇਰਾ ਹਿਰਦਾ ਬਲੂੰਦਰੇ ਜਾਂਦਾ। ਮੇਰਾ ਬੱਚਾ ਬੇਹੱਦ ਸੰਤ ਸਾਧ ਸੁਭਾਅ ਦਾ ਬੱਚਾ ਸੀ। ਪਿਤਾ ਨੇ ਸਪਸ਼ਟ ਕੀਤਾ ਕਿ ਵਿਧਾਨ ਸਭਾ ਚੋਣਾਂ ਲੜਨ ਦਾ ਫੈਸਲਾ ਸਿੱਧੂ ਮੂਸੇਵਾਲੇ ਦਾ ਆਪਣਾ ਫੈਸਲਾ ਸੀ। ਕਹਿੰਦੇ ਮੈਂ ਤਾਂ ਉਹਨੂੰ ਇਹ ਵੀ ਕਿਹਾ ਸੀ ਕਿ ਤੂੰ ਹਲਕੇ ਉੱਤੇ ਨਹੀਂ ਵਿਸ਼ਵ ਤੇ ਰਾਜ ਕਰ ਰਿਹਾ, ਤੈਨੂੰ ਲੋੜ ਨਹੀਂ ਚੋਣਾਂ ਦੀ, ਪਰ ਉਹ ਚੋਣਾਂ ਲੜਨਾ ਚਾਹੁੰਦਾ ਸੀ, ਪੰਜਾਬ ਦਾ ਕੁਝ ਸਵਾਰਨਾ ਚਾਹੁੰਦਾ ਸੀ। ਇਸ ਮੌਕੇ ਪਿਤਾ ਨੇ ਪੁੱਤ ਦੇ ਕਤਲ ਦਾ ਇਨਸਾਫ ਲੈਣ ਦੇ ਲਈ ਜੰਗ ਜਾਰੀ ਰੱਖਣ ਦਾ ਐਲਾਨ ਵੀ ਕੀਤਾ। ਨਾਲ ਚੇਤਾਵਨੀ ਵੀ ਦਿੱਤੀ ਕਿ ਜੇ ਲੋੜ ਪਈ ਤਾਂ ਸੰਘਰਸ਼ ਛੇੜਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਨਾਲ ਹੀ ਅਪੀਲ ਵੀ ਕੀਤੀ ਕਿ ਕੋਈ ਵੀ ਅਗਲਾ ਪ੍ਰੋਗਰਾਮ ਸੰਘਰਸ਼ ਨੂੰ
ਲੈ ਕੇ ਜੋ ਦੇਣਾ ਹੋਇਆ ਤਾਂ ਮੈਂ ਖੁਦ ਸਿੱਧੂ ਦੇ ਪੇਜ ਤੋਂ ਵੀਡੀਓ ਪਾ ਕੇ ਦਿਆ ਕਰਾਂਗਾ। ਹੋਰ ਕਿਸੇ ਵੀ ਸਰੋਤ ਦੇ ਉੱਤੇ ਵਿਸ਼ਵਾਸ ਨਾ ਕੀਤਾ ਜਾਵੇ। ਸਾਡੇ ਅਫੀਸ਼ੀਅਲ ਪੇਜ ਤੋਂ ਬਿਨਾਂ ਜੇ ਕੋਈ ਵੀ ਜਾਣਕਾਰੀ ਹੋਊਗੀ ਤੁਹਾਨੂੰ ਮਿਲੂਗੀ ਉਹ ਤਾਂ ਝੂਠੀ ਹੀ ਮੰਨੀ ਜਾਵੇ। ਮਜਬੂਰ ਪਿਓ ਨੇ ਰੱਬ ਮੂਹਰੇ ਤਰਲਾ ਮਾਰਦਿਆਂ ਵੀ ਕਿਹਾ ਕਿ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਸੀ, ਫਿਰ ਵੀ ਇਸ ਅਕਹਿ ਤੇ ਅਸਹਿ ਦੁੱਖ ਦੇ ਵਿੱਚੋਂ ਲੰਘਣਾ ਪੈ ਰਿਹਾ। ਜਦੋਂ ਉਹਨਾਂ ਨੇ ਇਹ ਕਿਹਾ ਕਿ ਬਚਪਨ ਤਾਂ ਮਾੜਾ ਲੰਘਿਆ ਸੀ, ਹੁਣ ਬੁਢਾਪੇ ਵੇਲੇ ਵੀ ਬੁਰੇ ਦਿਨ ਆ ਗਏ, ਤਾਂ ਇਸ ਤੋਂ ਅੱਗੇ ਪਿਓ ਤੋਂ ਬੋਲਿਆ ਨਹੀਂ ਗਿਆ। ਫਤਿਹ ਬੁਲਾ ਕੇ ਲੋਕਾਂ ਦਾ ਧੰਨਵਾਦ ਕਰਕੇ ਉਹ ਬੈਠ ਗਏ। ਇਸ ਮੌਕੇ ਪਿਤਾ ਬਲਕੌਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਮਾਫੀ ਮੰਗਦਿਆਂ ਇਹ ਵੀ ਕਿਹਾ ਕਿ ਜੇ ਮੇਰੇ ਪੁੱਤ ਨੇ ਕਦੇ ਵੀ ਕਿਸੇ ਨੂੰ ਬੁਰਾ ਭਲਾ ਬੋਲਿਆ ਹੋਵੇ ਤਾਂ ਮੈਂ ਉਸ ਦੇ ਵੱਲੋਂ ਮਾਫੀ ਚਾਹੁੰਦਾ ਹਾਂ। ਤੇ ਨਾਲ ਹੀ ਉਹਨਾਂ ਨੇ ਲੋਕਾਂ ਦੇ ਨਾਲ ਵਾਅਦਾ ਵੀ ਕੀਤਾ ਕਿ ਮੈਂ ਆਪਣੇ ਪੁੱਤ ਵਰਗਾ ਤਾਂ ਨਹੀਂ ਬਣ ਸਕਦਾ, ਮੈਂ ਸਿੱਧੂ ਤਾਂ ਨਹੀਂ ਬਣ ਸਕਦਾ, ਪਰ ਮੈਂ ਸਿੱਧੂ ਦੀ ਸੋਚ ਨੂੰ, ਉਸ ਦੇ ਗਾਣਿਆਂ ਨੂੰ ਆਉਂਦੇ 10 ਸਾਲਾਂ ਤੱਕ ਜ਼ਰੂਰ ਜਿਉਂਦਾ ਰੱਖਾਂਗਾ। ਸਿੱਧੂ ਨਾਲ ਪਿਆਰ ਬਣਾਈ ਰੱਖਿਓ। ਮੈਂ ਵਾਅਦਾ ਕਰਦਾ ਜਿੰਨੀ ਕਿ ਮੇਰੇ 'ਚ ਹਿੰਮਤ ਬਚੀ ਹੈ ਮੈਂ ਆਪਣੇ ਬੱਚੇ ਨੂੰ, ਸਿੱਧੂ ਤਾਂ ਨਹੀਂ ਬਣ ਸਕਦਾ ਪਰ ਉਹਦੇ ਕਦਮਾਂ ਤੇ ਚੱਲਣ ਦੀ ਕੋਸ਼ਿਸ਼ ਕਰੂੰਗਾ। ਮੇਰੀ ਕੋਸ਼ਿਸ਼ ਹੈ ਵੀ ਹਲੇ ਸਿੱਧੂ ਨੂੰ ਮੈਂ 5-10 ਸਾਲ ਤੱਕ ਜਿਉਂਦਾ ਰੱਖਾਂ, ਕਿਉਂਕਿ ਸਿੱਧੂ ਗੀਤਾਂ ਰਾਹੀਂ ਤੁਹਾਡੇ ਕੰਨਾਂ ਦੇ ਵਿੱਚ ਵੱਜਦਾ ਰਹੂਗਾ। ਮੇਰਾ ਤੁਹਾਡੇ ਨਾਲ ਵਾਅਦਾ ਇਸ ਗੱਲ ਦਾ। ਮੈਂ ਜਿੰਨੀ ਹਿੰਮਤ ਦੇ ਨਾਲ ਪੁੱਤ ਦਾ ਸੰਸਕਾਰ ਕੀਤਾ ਉਨੀ ਹਿੰਮਤ ਦੇ ਨਾਲ ਸਿੱਧੂ ਨੂੰ ਤੁਹਾਡੇ ਨਾਲ ਹਰ ਆਖਰੀ ਸਾਹ ਤੱਕ ਜੋੜਨ ਦੀ ਕੋਸ਼ਿਸ਼ ਰੱਖੂੰਗਾ। ਫਿਰ ਵੀ ਕੋਈ ਕਿਸੇ ਨੂੰ ਜ਼ਿਆਦਾ ਕੋਈ ਵੱਧ ਘੱਟ ਬੋਲ ਗਿਆ ਹੋਵਾਂ ਵੀਰੋ, ਅਣਜਾਣ ਦੁਖੀ ਬਾਪ ਸਮਝ ਕੇ ਮਾਫ ਕਰ ਦਿਓ। ਸ਼ੁਭਦੀਪ ਸਿੰਘ ਦੀ ਮਾਤਾ ਚਰਨ ਕੌਰ ਨੇ ਵੀ ਇਸ ਮੌਕੇ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ 29 ਮਈ ਨੂੰ ਐਸਾ ਕਾਲਾ ਦਿਨ ਚੜਿਆ ਜਿਸ ਨੇ ਸਾਡਾ ਸਾਰਾ ਕੁਝ ਖਤਮ ਕਰ ਦਿੱਤਾ, ਪਰ ਤੁਹਾਡੇ ਸਭ ਦੇ ਪਿਆਰ ਨੇ, ਸਹਿਯੋਗ ਨੇ ਮੇਰੇ ਸ਼ੁਭ ਨੂੰ ਜਿਉਂਦਾ ਕਰ ਦਿੱਤਾ। ਮੈਨੂੰ ਲੱਗਦਾ ਹੈ ਜਿਵੇਂ ਸ਼ੁਭ ਮੇਰੇ ਆਸ-ਪਾਸ ਹੀ ਹੈ। ਤੇ ਬੇਨਤੀਆਂ ਵੀ ਕੀਤੀਆਂ ਕਿ ਸ਼ੁਭਦੀਪ ਆਪਣੀ ਦਸਤਾਰ ਨੂੰ ਬਹੁਤ ਪਿਆਰ ਕਰਦਾ ਸੀ। ਮਾਤਾ ਪਿਤਾ ਨੂੰ ਬੜਾ ਪਿਆਰ ਸਤਿਕਾਰ ਉਹਨੇ ਦਿੱਤਾ ਜਿਸ ਨੂੰ ਅਸੀਂ ਕਦੇ ਭੁਲਾ ਨਹੀਂ ਸਕਾਂਗੇ। ਸ਼ਾਇਦ ਉਹਦੀ ਜ਼ਿੰਦਗੀ ਇੰਨੀ ਘੱਟ ਸੀ, ਇਸ ਕਰਕੇ ਉਹ ਸਾਰੀ ਜ਼ਿੰਦਗੀ ਦਾ ਪਿਆਰ ਸਾਨੂੰ ਹੁਣੇ ਹੀ ਦੇ ਗਿਆ। ਮਾਂ ਨੇ ਕਿਹਾ ਕਿ 2 ਚੀਜ਼ਾਂ ਨੂੰ ਪਿਆਰ ਕਰਦਾ ਸੀ, ਤੁਸੀਂ ਵੀ ਇਹਨਾਂ ਨੂੰ ਸਾਂਭ ਕੇ ਰੱਖਿਓ, ਦਸਤਾਰ ਨੂੰ ਸਾਂਭ ਕੇ ਰੱਖਿਓ, ਮਾਤਾ ਪਿਤਾ ਦਾ ਸਤਿਕਾਰ ਕਰਦੇ ਰਹੋ। ਤੇ ਹਰੇਕ ਬੱਚੇ ਤੇ ਬਜ਼ੁਰਗ ਨੂੰ ਮਾਂ ਨੇ ਅਪੀਲ ਕੀਤੀ ਕਿ ਮੂਸੇ ਵਾਲੇ ਦੇ ਨਾਂ ਤੇ ਇੱਕ ਰੁੱਖ ਜ਼ਰੂਰ ਲਾਇਓ, ਉਹਨੂੰ ਪਾਲਿਓ, ਉਹਨੂੰ ਪਲਦਾ ਹੋਇਆ ਦੇਖਿਓ ਤਾਂ ਕਿ ਮੇਰੇ ਸੀਨੇ ਠੰਡ ਪੈਂਦੀ ਰਹੇ। ਪ੍ਰਦੂਸ਼ਣ ਬਹੁਤ ਵੱਧ ਚੁੱਕਿਆ। ਮੈਂ ਹਰੇਕ ਬੱਚੇ ਨੂੰ, ਹਰੇਕ ਮੇਰੇ ਬਜ਼ੁਰਗ ਨੂੰ ਮੈਂ ਬੇਨਤੀ ਕਰਨਾ ਚਾਹੁੰਦੀ ਹਾਂ ਵੀ ਉਸ ਦੇ ਨਾਮ ਦਾ ਇੱਕ ਰੁੱਖ ਲਾ ਕੇ ਉਹਨੂੰ ਛੱਡਣਾ ਨਹੀਂ, ਉਹਨੂੰ ਪਾਲਣਾ ਹੈ, ਉਸ ਨੂੰ ਬੋੜ ਦੀ ਤਰ੍ਹਾਂ ਵਧਾਉਣਾ ਹੈ ਤਾਂ ਜੋ ਮੈਨੂੰ ਕੁਛ ਨਾ ਕੁਛ ਸ਼ਾਂਤੀ ਮਿਲ ਸਕੇ। ਇੰਨੀਆਂ ਗੱਲਾਂ ਕਰਦੀ ਹੋਈ ਮੈਂ ਖਿਮਾਲੀ ਜਾ ਚੁੱਕਾ। ਇੱਥੇ ਪਹੁੰਚਣ ਦੇ ਸਭ ਦਾ ਧੰਨਵਾਦ ਕਰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਧੂ ਮੂਸੇਵਾਲੇ ਨੂੰ 29 ਮਈ ਨੂੰ ਮਾਨਸਾ ਦੇ ਪਿੰਡ ਜਵਾਰਕੇ ਦੇ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਮਾਰ ਦਿੱਤਾ ਗਿਆ ਸੀ। ਸਮਾਗਮ ਦੇ ਵਿੱਚ ਪਹੁੰਚੇ ਲੋਕਾਂ ਨੇ ਸਿੱਧੂ ਦਾ ਇਨਸਾਫ ਮਿਲਣ ਤੱਕ ਪਰਿਵਾਰ ਨਾਲ ਡਟ ਕੇ ਖੜਨ ਦਾ ਅਹਿਦ ਲਿਆ ਤੇ ਗੋਲਡੀ ਬਰਾੜ ਨੂੰ ਪੰਜਾਬ ਲਿਆਂਦੇ ਜਾਣ ਦੀ ਮੰਗ ਵੀ ਕੀਤੀ। ਗੋਲਡੀ ਬਰਾੜ ਉਹੀ ਹੈ ਜਿਸ ਨੇ ਸਿੱਧੂ ਮੂਸੇਵਾਲੇ ਦੇ ਕਤਲ ਤੋਂ 2 ਘੰਟੇ ਬਾਅਦ ਸੋਸ਼ਲ ਮੀਡੀਆ ਤੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਰੁੱਪ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਸੀ। ਲੋਕਾਂ ਨੇ ਇਲਜ਼ਾਮ ਲਾਇਆ ਕਿ ਗੈਂਗਸਟਰ ਅਕਾਲੀਆਂ ਤੇ ਕਾਂਗਰਸੀਆਂ ਨੇ ਪੈਦਾ ਕੀਤੇ ਨੇ, ਜਿਨ੍ਹਾਂ ਨੂੰ ਇਹ ਜੇਲ੍ਹਾਂ ਦੇ ਵਿੱਚ ਜਵਾਈ ਬਣਾ ਕੇ ਰੱਖਦੇ ਨੇ। ਇਹਨਾਂ ਗੈਂਗਸਟਰਾਂ ਨੂੰ ਫਾਂਸੀ ਤੇ ਲਟਕਾ ਦੇਣਾ ਚਾਹੀਦਾ ਹੈ। ਅਸੀਂ ਨੇ ਕਰਿਆ ਜਾਂ ਅਸੀਂ ਨੇ ਕਰਿਆ, ਸਾਰੇ ਕਬੂਲ ਕਰ ਰਹੇ ਨੇ, ਉਹਨਾਂ ਨੂੰ ਕਿਉਂ ਨਹੀਂ ਫੜਦੀ? ਫਿਰ ਇੱਕ ਹੋਰ ਜੀ, ਜੇਲ੍ਹਾਂ ਦੇ ਵਿੱਚ ਗੈਂਗਸਟਰ ਬੰਦ ਕੀਤੇ ਹੋਏ ਨੇ, ਠੀਕ ਹੈ ਜੀ, ਵੀਡੀਓ ਪਾਉਂਦੇ ਨੇ, ਪੋਸਟਾਂ ਪਾਉਂਦੇ ਨੇ, ਉਹਨਾਂ ਕੋਲ ਫੋਨ ਕਿਵੇਂ ਜਾਂਦੇ ਨੇ, ਠੀਕ ਹੈ ਜੀ, ਉਹ ਪੋਸਟਾਂ ਕਿਵੇਂ ਪਾਉਂਦੇ ਨੇ? ਸਰਕਾਰ, ਪੁਲਿਸ ਵਾਲੇ ਜਿਹੜੇ ਸੁਪਰਡੈਂਟ ਨੇ ਜੀ, ਉਹ ਕਿਉਂ ਨਹੀਂ ਉਹਨਾਂ ਤੇ ਸਖਤਾਈ ਕਰਦੇ? ਉਹਨਾਂ ਤੋਂ ਕੋਈ ਉਹਨਾਂ ਨੇ ਖੇਤੀ ਨਹੀਂ ਕਰਾਉਣੀ ਜਾਂ ਕਾਡਾ ਨਹੀਂ ਕਢਾਉਣਾ? ਜਿਹੜੇ ਗੈਂਗਸਟਰ ਜੇਲ੍ਹਾਂ ਦੇ ਵਿੱਚ ਰੱਖੇ ਹੋਏ ਨੇ ਉਹਨਾਂ ਨੂੰ ਕਿਉਂ ਨਹੀਂ ਫਾਂਸੀ ਦਿੰਦੇ? ਇਹਨਾਂ ਨੂੰ ਜਾਂ ਗੋਲੀ ਮਾਰ ਦਿੱਤੀ ਜਾਵੇ। ਗੱਡੀਆਂ ਚ ਆ ਰਹੇ ਨੇ, ਬੁਲਟ ਪ੍ਰੂਫ ਜੈਕਟਾਂ ਪਾਈਆਂ ਨੇ। ਸਰਕਾਰ ਉਹਨਾਂ ਨੂੰ ਪਹਿਲਾਂ ਪਾਲਦੀ ਹੈ, ਜਦੋਂ ਲੋੜ ਹੁੰਦੀ ਹੈ ਫਿਰ ਵਰਤੀ ਜਾ ਰਹੀ ਹੈ। ਜਿਵੇਂ ਲੱਖਾ ਸਿਧਾਣਾ ਜੀ ਮਲੂਕੇ ਨੇ ਵਰਤਿਆ, ਸੁਖਬੀਰ ਬਾਦਲ ਵਰਤ ਰਿਹਾ ਹੈਗਾ। 2 ਪਾਰਟੀਆਂ ਨੇ ਜਿਹੜੇ ਗੈਂਗਸਟਰ ਮਤਲਬ ਪੈਦਾ ਕੀਤੇ ਨੇ, 2 ਪਾਰਟੀਆਂ ਨੇ ਕਰੇ ਨੇ ਜੀ, ਇੱਕ ਕਾਂਗਰਸ, ਇੱਕ ਅਕਾਲੀ, ਠੀਕ ਹੈ ਜੀ। ਇਹ ਦੋਹੇ ਪਾਰਟੀਆਂ ਨੇ ਗੈਂਗਸਟਰ ਤਿਆਰ ਕੀਤੇ ਨੇ। ਹੌਲੀ ਹੌਲੀ ਇਹ ਆਪਣੀ ਜਿਹੜੀ ਪੀੜ੍ਹੀ ਹੈ ਸਾਰੀ ਨੂੰ ਖਤਮ ਕਰਨਾ ਚਾਹੁੰਦੇ ਨੇ ਜੀ, ਠੀਕ ਆ। ਸਰਕਾਰ ਦਾ ਇਹਦੇ ਵਿੱਚ ਹੱਥ ਆ, ਠੀਕ ਆ ਜੀ। ਨਹੀਂ, ਉਹਨਾਂ ਦੇ ਜਵਾਈ ਨਹੀਂ ਹੈਗੇ ਜੇ ਗੈਂਗਸਟਰ ਜਿਨ੍ਹਾਂ ਨੂੰ ਉਹ ਜੇਲ੍ਹਾਂ ਦੇ ਵਿੱਚ ਰੱਖੀ ਬੈਠੇ ਨੇ, ਉਹਨਾਂ ਨੂੰ ਫਾਂਸੀ ਦਿੱਤੀ ਜਾਵੇ, ਗੋਲੀ ਮਾਰ ਦੇਣ। ਇਸ ਮੌਕੇ ਲੰਗਰ ਅਤੁੱਟ ਵਰਤਾਇਆ ਗਿਆ। ਸਾਰਾ ਪ੍ਰਬੰਧ ਤਖਤ ਸ੍ਰੀ ਦਮਦਮਾ ਸਾਹਿਬ ਸਮੇਤ ਮਾਲਵਾ ਇਲਾਕੇ ਦੇ 13 ਗੁਰਦੁਆਰਿਆਂ ਨੇ ਕੀਤਾ। 225 ਦੇ ਕਰੀਬ ਐਸਜੀਪੀਸੀ ਮੁਲਾਜ਼ਮ 7 ਜੂਨ ਦੀ ਸ਼ਾਮ ਤੋਂ ਹੀ ਲੰਗਰਾਂ ਦੇ ਪ੍ਰਬੰਧਾਂ ਵਿੱਚ ਜੁਟੇ ਹੋਏ ਸੀ। ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚੋਂ ਵੀ ਨੌਜਵਾਨਾਂ ਨੇ ਪਾਣੀ ਦੇ ਟੈਂਕਰ ਭਰ ਕੇ ਇੱਥੇ ਲਿਆਂਦੇ। ਗਰਮੀ ਦੇ ਮਾਹੌਲ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ
ਸਕਦੀ ਹੈ। ਮੰਡੀ ਦੇ ਵਿਚਾਲੇ ਮਾਨਸਾ ਦੀ ਨਵੀਂ ਅਨਾਜ ਮੰਡੀ ਦੇ ਵਿਚਾਲੇ ਸ਼ੈੱਡ ਦੇ ਵਿੱਚ ਪੰਡਾਲ ਬਣਾਇਆ ਗਿਆ। ਆਮ ਲੋਕਾਂ ਦੇ ਪਹੁੰਚਣ ਲਈ 29 ਗੇਟ ਬਣਾਏ ਗਏ। ਹਰ ਗੇਟ ਤੇ ਸਿਕਿਉਰਿਟੀ ਵੀ ਚੈੱਕ ਕੀਤੀ ਗਈ। ਮੰਡੀ ਦੇ 4 ਗੇਟ ਸਨ, ਜਿਨ੍ਹਾਂ ਦੇ ਵਿੱਚੋਂ 2 ਖੋਲੇ ਗਏ। ਗੇਟ ਨੰਬਰ 1 VIP ਅਤੇ ਗੇਟ ਨੰਬਰ 2 ਆਮ ਜਨਤਾ ਦੇ ਲਈ ਖੋਲ ਕੇ ਰੱਖਿਆ ਗਿਆ। ਵੀ ਜੀ ਉਹ ਇਨਸਾਨ ਪੰਜਾਬ ਤੇ ਪੰਜਾਬੀਅਤ ਨਾਲ ਜੁੜਿਆ ਹੋਇਆ ਇਨਸਾਨ ਸੀ, ਜਿਹਨੇ ਹਮੇਸ਼ਾ ਹੀ ਦਸਤਾਰ ਤੇ ਕੇਸਾਂ ਨੂੰ ਰੈਪਰੈਜ਼ੈਂਟ ਕੀਤਾ ਔਰ ਉਹਨੂੰ ਦੇਖ ਕੇ ਅੱਜ ਸਾਡੇ ਨੌਜਵਾਨਾਂ ਨੂੰ ਚਾਹੀਦਾ ਉਹਨੂੰ ਵੇਖ ਕੇ ਦਸਤਾਰਧਾਰੀ ਹੋਣ, ਅਮਰ ਛਕਣ ਤੇ ਸਿੰਘ ਸਜਣਾ। ਇਸ ਮੌਕੇ ਨੌਜਵਾਨ ਏਕਤਾ ਨਾਮ ਦੇ ਗਰੁੱਪ ਦੇ ਵੱਲੋਂ ਰਮਦਿੱਤੇਵਾਲਾ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਬੂਟਿਆਂ ਦਾ ਲੰਗਰ ਵੀ ਲਾਇਆ ਗਿਆ। ਕਈ ਨੌਜਵਾਨਾਂ ਨੇ ਰਲ ਕੇ ਖੂਨਦਾਨ ਕੈਂਪ ਵੀ ਲਾਏ। ਅਸੀਂ ਸੰਗਤ ਨੂੰ ਬੇਨਤੀ ਕਰਦੇ ਹਾਂ, ਅਸੀਂ ਬੂਟਿਆਂ ਦਾ ਲੰਗਰ ਬਾਈ ਸ਼ੁਭਦੀਪ ਜੀ ਦੀ ਯਾਦ ਵਿੱਚ ਲਾਇਆ। ਅਗਰ ਕੋਈ ਵੀ ਸੰਗਤ ਵੀਰ ਇੱਥੋਂ ਬੂਟੇ ਲੈ ਕੇ ਜਾਣਾ ਚਾਹੁੰਦੀ ਉਹ ਲੈ ਕੇ ਜਾਓ, ਇਹਨੂੰ ਕਾਮਯਾਬ ਕਰੋ। ਸਭ ਨੂੰ ਸੱਚੀ ਸ਼ਰਧਾਂਜਲੀ ਹੋਏਗੀ ਜੀ ਇਹ, ਠੀਕ ਹੈ। ਵਾਤਾਵਰਨ ਨੂੰ ਪਿਆਰ ਬਾਈ ਸ਼ੁਭਦੀਪ ਜੀ ਕਰਦੇ ਸੀ, ਵੈਸੇ ਵੀ ਸਾਡੇ ਵਾਤਾਵਰਨ ਵਾਸਤੇ ਬੂਟਿਆਂ ਦੀ ਅੱਜ ਲਗਾਉਣ ਵਾਸਤੇ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ। ਬਹੁਤ ਵਧੀਆ ਸੰਦੇਸ਼ ਜਿਹੜਾ ਤੁਸੀਂ ਲੈ ਕੇ ਚੱਲ ਰਹੇ ਹੋ ਕਿ ਬੂਟੇ ਦੇ, ਤੇ ਇਸ ਤੋਂ ਇਲਾਵਾ ਜੇ ਉਹਨਾਂ ਦੀ ਪਰਿਵਾਰ ਨੂੰ ਇੱਕ ਸੰਵੇਦਨਾ ਦੇ 2 ਸ਼ਬਦ ਕਹਿਣੇ ਹੁਣ ਉਹਨਾਂ ਦੇ ਪਰਿਵਾਰ ਦੇ ਲਈ ਤਾਂ ਕੀ ਕਹੋਗੇ? ਪਰਿਵਾਰ ਲਈ ਭਾਣਾ ਮੰਨਣਾ, ਵਾਹਿਗੁਰੂ ਕਿਰਪਾ ਕਰਨ, ਭਾਣਾ ਮੰਨਣ ਦੇ ਯੋਗ ਹੋਣ। ਸਾਡੇ ਅੰਕਲ ਆਂਟੀ ਸਾਡਾ ਰਿਲੇਸ਼ਨ ਆ ਉਹਨਾਂ ਨਾਲ ਪਰਸਨਲ, ਅਸੀਂ ਉਹਨਾਂ ਦੇ ਬੇਨਤੀ, ਅਸੀਂ ਵੀ ਉਹਨਾਂ ਦੇ ਪੁੱਤਾਂ ਵਰਗੇ ਆ। ਪਰ ਜਿਹੜਾ ਇਹ ਦੁੱਖ ਮਾਨਸਾ ਜ਼ਿਲ੍ਹੇ ਲਈ ਉਹਨਾਂ ਦੇ ਪਰਿਵਾਰ ਲਈ ਹੈ, ਇਹ ਬਹੁਤ ਹੀ ਵੱਡਾ ਘਾਟਾ ਗਾ ਜਿਹੜਾ ਕਿ ਕਦੇ ਨਹੀਂ ਪੂਰਾ ਹੋ ਸਕਦਾ। ਮਾਨਸਾ ਜ਼ਿਲ੍ਹਾ PB 31 ਜਿਹੜਾ ਕਿ ਪਿਛੜਿਆ ਹੋਇਆ ਦੱਸਿਆ ਜਾਂਦਾ ਸੀ, ਸਿੱਧੂ ਦੀ ਸੋਚ ਨੇ, ਉਹਦੇ ਗੀਤਾਂ ਨੇ ਸਾਨੂੰ ਉਹ ਕਲੰਕ ਤੋਂ ਲਾਹ ਦਿੱਤਾ ਸੀਗਾ। ਅਸੀਂ ਇੱਕ ਫਾਰਵਰਡ ਦੇ ਵਿੱਚ ਤੇ ਉਹਨਾਂ ਦੀ ਸੋਚ ਨੂੰ ਕਰ ਦਿੱਤੇ ਸੀ। ਸਿੱਧੂ ਮੂਸੇਵਾਲਾ ਪਰਿਵਾਰ ਸਮੇਤ ਐਡਾ ਵੱਡਾ ਸੁਪਰਸਟਾਰ ਹੋ ਕੇ, ਵਰਲਡ ਸਟਾਰ ਹੋ ਕੇ ਪਿੰਡਾਂ ਵਿੱਚ ਰਹਿ ਰਿਹਾ ਸੀਗਾ। ਇਹ ਜੀ ਪਰਸਨੈਲਿਟੀ ਮਿਲਣੀ ਸਾਡੇ ਲਈ ਦੁਬਾਰਾ ਬਹੁਤ ਜ਼ਿਆਦਾ ਮੁਸ਼ਕਿਲ ਹੈ। ਸਰਦਾਰੀਆਂ ਟਰਸਟ ਨੇ ਸ਼ੁਭਦੀਪ ਸਿੰਘ ਦੀ ਯਾਦ ਵਿੱਚ ਦਸਤਾਰਾਂ ਦਾ ਲੰਗਰ ਲਾਇਆ। ਟਰਸਟ ਨੇ ਮੂਸੇਵਾਲੇ ਦੀ ਅਰਦਾਸ ਵਿੱਚ ਸ਼ਾਮਿਲ ਹੋਣ ਪਹੁੰਚੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਨੌਜਵਾਨ ਦਸਤਾਰਾਂ ਬਣਵਾ ਕੇ ਇਸ ਅਰਦਾਸ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਅਤੇ ਜਿਹੜੇ ਘਰੋਂ ਪੱਗਾਂ ਬੰਨ੍ਹ ਕੇ ਨਹੀਂ ਆਏ ਜਾਂ ਫਿਰ ਜਿਨ੍ਹਾਂ ਨੂੰ ਦਸਤਾਰ ਸਜਾਉਣੀ ਨਹੀਂ ਆਉਂਦੀ, ਉਹਨਾਂ ਨੂੰ ਟਰਸਟ ਦੇ ਵੱਲੋਂ ਦਸਤਾਰਾਂ ਖੁਦ ਵੀ ਸਜਾਈਆਂ ਗਈਆਂ। ਆਪਣੇ ਜਿੰਨਾ ਚਿਰ ਜਿਉਂਦੇ ਆ ਤਾਂ ਆਪਣੀ ਨਿਗਾਹ 'ਚ ਕੋਈ ਜੰਮਣਾ ਜੀ, ਉਦੋਂ ਬਾਅਦ ਹੋ ਸਕਦਾ ਕੋਈ ਆ ਜੇ, ਕਿਉਂਕਿ ਪਹਿਲਾਂ ਜਿਵੇਂ ਚਮਕੀਲਾ ਸੀ ਜੀ ਕਹਿੰਦੇ ਸੀ ਲੋਕ, ਉਸ ਤੋਂ ਬਾਅਦ ਬਾਈ ਤੋੜ ਸੀ ਚਮਕੀਲੇ ਦਾ ਜੀ, ਹਨਾ। ਤੇ ਬਾਕੀ ਇਹੀ ਕੰਮ ਬਹੁਤ ਮਾੜਾ ਕੰਮ ਕਰਿਆ ਤੇ ਸਰਕਾਰਾਂ ਵੀ ਕੁਝ ਨਹੀਂ ਕਰ ਸਕਦੀਆਂ, ਕਰ ਰਹੀਆਂ ਹਨਾ। ਸਾਰੇ ਪਾਸੇ ਬੁਰਾ ਹਾਲ ਆ ਜੀ ਬਸ, ਤੇ ਤੁਸੀਂ ਰੋਜ਼ ਦੇਖ ਹੀ ਰਹੇ ਹੋ ਜੀ, ਹਨਾ। ਤੇ ਬਾਕੀ ਪਰਮਾਤਮਾ ਬਾਈ ਨੂੰ ਆਪਦੇ ਚਰਨਾਂ 'ਚ ਜਗ੍ਹਾ ਦੇਵੇ। ਇੱਥੇ ਨੌਜਵਾਨਾਂ ਨੇ ਸਿੱਧੂ ਮੂਸੇਵਾਲੇ ਦੀਆਂ ਲਿਖਤਾਂ ਵਾਲੇ ਪੋਸਟਰ ਵੀ ਆਪਣੇ ਹੱਥਾਂ ਵਿੱਚ ਫੜੇ ਹੋਏ ਸਨ। ਇਹਨਾਂ ਪੋਸਟਰਾਂ ਤੇ ਲਿਖਿਆ ਹੋਇਆ ਸੀ, ਸਾਡੀਆਂ ਕਰੀਆਂ ਹਮਾਇਤਾਂ ਦੇ ਸਾਨੂੰ ਹਰਜਾਨੇ ਭਰਨੇ ਪਏ, ਕਈ ਆਮੋ ਖਾਸ ਹੋਏ, ਕਈ ਖਾਸੋਂ ਆਮ ਕਰਨੇ ਪਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਪਰਿਵਾਰ ਦੇ ਨਾਲ ਅਫਸੋਸ ਪ੍ਰਗਟ ਕੀਤਾ ਹੈ। ਉਹਨਾਂ ਨੇ ਕਿਹਾ ਕਿ ਨੌਜਵਾਨ ਗਾਇਕ ਸਿੱਧੂ ਮੂਸੇਵਾਲੇ ਦੇ ਤੁਰ ਜਾਣ ਨਾਲ ਪਰਿਵਾਰਕ ਮੈਂਬਰਾਂ ਤੇ ਉਹਨਾਂ ਦੇ ਚਾਹਣ ਵਾਲਿਆਂ ਨੂੰ ਡੂੰਘਾ ਸਦਮਾ ਪਹੁੰਚਿਆ ਹੈ ਤੇ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਸਿੱਧੂ ਮੂਸੇਵਾਲਾ ਦੇ ਸ਼ਰਧਾਂਜਲੀ ਸਮਾਗਮ ਮੌਕੇ ਮੁੱਖ ਮੰਤਰੀ ਦੇ ਵੱਲੋਂ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਪਰਿਵਾਰ ਨੂੰ ਸੋਗ ਸੰਦੇਸ਼ ਸੌਂਪਿਆ, ਜਿਸ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੁੱਖ ਦੀ ਇਸ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਖੜੀ ਹੈ। ਉਹਨਾਂ ਕਿਹਾ ਕਿ ਸਾਰੀ ਸੂਬਾ ਸਰਕਾਰ ਸੰਗੀਤ ਜਗਤ ਦੇ ਹੀਰੇ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੀ ਹੈ, ਜਿਸ ਨੇ ਸੰਗੀਤ ਅਤੇ ਮਨੋਰੰਜਨ ਦੇ ਖੇਤਰ ਵਿੱਚ ਆਪਣੇ ਦਮ ਤੇ ਮੁਕਾਮ ਹਾਸਲ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਭਰ ਜਵਾਨੀ ਦੇ ਵਿੱਚ ਪੁੱਤ ਦਾ ਇਸ ਦੁਨੀਆ ਤੋਂ ਰੁਖਸਤ ਹੋ ਜਾਣਾ ਪਰਿਵਾਰ ਦੇ ਲਈ ਅਸਹਿ ਤੇ ਅਕਹਿ ਹੈ। ਉਹਨਾਂ ਦੇ ਤੁਰ ਜਾਣ ਨਾਲ ਸੰਗੀਤ ਜਗਤ ਵਿੱਚ ਅਜਿਹਾ ਖਲਾਅ ਪੈਦਾ ਹੋ ਗਿਆ ਜਿਸ ਨੂੰ ਭਵਿੱਖ ਵਿੱਚ ਪੂਰਨਾ ਬਹੁਤ ਮੁਸ਼ਕਿਲ ਹੈ। ਪਰਿਵਾਰਕ ਮੈਂਬਰਾਂ ਤੇ ਸਾਕ ਸੰਬੰਧੀਆਂ ਦੇ ਨਾਲ ਦਿਲੀ ਹਮਦਰਦੀ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਨੇ ਅਕਾਲ ਪੁਰਖ ਮੂਹਰੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਸਦੀਵੀ ਨਿਵਾਸ ਦੇਣ ਤੇ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ। ਇਸ ਦੌਰਾਨ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਨਾਲ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ, ਗੁਰਮੀਤ ਸਿੰਘ ਖੁੱਡੀਆਂ, ਬਲਕਾਰ ਸਿੰਘ ਸਿੱਧੂ ਤੇ ਨਰਿੰਦਰ ਕੌਰ ਭਰਾਜ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ। ਸੋ ਮੂਸੇਵਾਲੇ ਦੀ ਮੌਤ ਦਾ ਭੋਗ 11ਵੇਂ ਦਿਨ ਪਿਆ ਹੈ, ਪਰ ਪੁਲਿਸ ਦੇ ਹੱਥ ਹਾਲੇ ਵੀ ਖਾਲੀ ਦੇ ਖਾਲੀ ਨੇ ਇਸ ਹਾਈ ਪ੍ਰੋਫਾਈਲ ਕਤਲ ਕਾਂਡ ਦੇ ਵਿੱਚ। ਹਾਲਾਂਕਿ ਭੋਗ ਤੋਂ ਇੱਕ ਦਿਨ ਪਹਿਲਾਂ 7 ਜੂਨ ਨੂੰ ਪੰਜਾਬ ਪੁਲਿਸ ਨੇ ਟਵਿੱਟਰ ਹੈਂਡਲ ਤੋਂ ਜਾਣਕਾਰੀ ਸਾਂਝੀ ਕੀਤੀ ਸੀ। ਪ੍ਰੈਸ ਨੋਟ ਵੀ ਜਾਰੀ ਕੀਤਾ ਸੀ ਕਿ ਹੁਣ ਤੱਕ ਰੈਕੀ ਕਰਨ ਤੇ ਹੋਰ ਸਹਾਇਤਾ ਮੁਹੱਈਆ ਕਰਵਾਉਣ ਵਾਲੇ 8 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਿੱਟ ਹੈ ਜਿਹੜੀ ਪੰਜਾਬ ਪੁਲਿਸ ਦੀ, ਉਸਨੇ 4 ਸ਼ੂਟਰਾਂ ਦੀ ਪਛਾਣ ਵੀ ਕਰ ਲਈ ਹੈ, ਜਿਸਨੇ ਮੂਸੇਵਾਲੇ ਦੇ ਨਾਲ ਸੈਲਫੀ ਕਰਵਾਈ ਸੀ, ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਉਸ ਤੋਂ ਇੱਕ ਦਿਨ ਪਹਿਲਾਂ ਪੁਲਿਸ ਨੇ 8 ਸ਼ੂਟਰਾਂ ਦੀ ਪਛਾਣ ਬਾਰੇ ਜਾਣਕਾਰੀ ਹੈ ਜਿਹੜੀ ਉਹ ਦਿੱਤੀ ਸੀ। ਮੂਸੇਵਾਲਾ ਕਤਲ ਕੇਸ ਦੇ ਵਿੱਚ ਹੁਣ ਤੱਕ ਕੀ ਹੋਇਆ ਉਹ ਤੁਹਾਨੂੰ ਥੋੜਾ ਜਿਹਾ ਬਰੀਫ ਦੇ ਵਿੱਚ ਦੱਸ ਦਿੰਦੇ ਹਾਂ। 29 ਮਈ ਨੂੰ ਸਿੱਧੂ ਮੂਸੇਵਾਲੇ ਨੂੰ ਸ਼ਾਮ ਨੂੰ ਕਰੀਬ 5:30 ਪੌਣੇ 6 ਵਜੇ ਕੁਝ ਅਣਪਛਾਤੇ ਹਮਲਾਵਰਾਂ ਨੇ ਘੇਰ ਕੇ ਅੰਨ੍ਹੇਵਾਹ ਫਾਇਰਿੰਗ ਕੀਤੀ ਸੀ, ਜਿਸ ਵਿੱਚ ਸਿੱਧੂ ਮੂਸੇਵਾਲੇ ਦੀ ਮੌਤ ਹੋ ਗਈ ਸੀ। 29 ਮਈ ਨੂੰ ਹੀ ਪੰਜਾਬ ਪੁਲਿਸ ਦੇ DGP VK ਭੰਵਰਾ ਨੇ ਇਸ ਕਤਲ ਨੂੰ ਗੈਂਗ ਵਾਰ ਦੱਸਿਆ ਸੀ, ਜਿਸ ਦਾ ਕਾਫੀ ਵਿਰੋਧ ਹੋਇਆ ਸੀ। ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਗੋਲਡੀ ਬਰਾੜ ਨੇ ਲਈ ਤੇ ਇਸ ਕਤਲ ਨੂੰ ਵਿੱਕੀ ਮਿੱਡੂ ਖੇੜਾ ਕਤਲ ਦਾ ਹਿੱਸਾ ਦੱਸਿਆ।
30 ਮਈ ਨੂੰ ਪੰਜਾਬ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ ਬਣਾਉਣ ਅਤੇ ਹਾਈ ਕੋਰਟ ਨੂੰ ਸਿਟਿੰਗ ਜੱਜ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ, ਜਿਸ ਨੂੰ ਬਾਅਦ ਵਿੱਚ ਹਾਈ ਕੋਰਟ ਨੇ ਠੁਕਰਾ ਦਿੱਤਾ ਸੀ। 30 ਮਈ ਸ਼ਾਮ ਨੂੰ ਡਾਕਟਰਾਂ ਨੇ ਸਿੱਧੂ ਮੂਸੇਵਾਲੇ ਦਾ ਪੋਸਟਮਾਰਟਮ ਕੀਤਾ। ਦਾਅਵਾ ਕੀਤਾ ਗਿਆ ਕਿ ਉਸਦੇ ਸਰੀਰ ਦੇ ਵਿੱਚ 19 ਗੋਲੀਆਂ ਲੱਗੀਆਂ ਨੇ, ਜਿਸ ਨਾਲ ਉਸਦੀ 15 ਮਿੰਟ ਬਾਅਦ ਹੀ ਮੌਤ ਹੋ ਗਈ ਸੀ। 30 ਮਈ ਨੂੰ ਹੀ ਪੁਲਿਸ ਨੇ ਉੱਤਰਾਖੰਡ ਤੋਂ ਮਨਪ੍ਰੀਤ ਸਿੰਘ ਨਾਮ ਦੇ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਵੱਡਾ ਸੁਰਾਗ ਮਿਲਣ ਦਾ ਦਾਅਵਾ ਕੀਤਾ। 31 ਮਈ ਨੂੰ ਹਜ਼ਾਰਾਂ ਲੋਕਾਂ ਦੀ ਮੌਜੂਦਗੀ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਪਿੰਡ ਮੂਸਾ ਦੇ ਵਿੱਚ ਹੀ ਉਹਨਾਂ ਦੇ ਖੇਤ ਵਿੱਚ ਅੰਤਿਮ ਵਿਦਾਇਗੀ ਦਿੱਤੀ ਗਈ, ਅੰਤਿਮ ਸੰਸਕਾਰ ਕੀਤਾ ਗਿਆ। 3 ਜੂਨ ਨੂੰ ਪੁਲਿਸ ਨੇ ਫਤਿਹਾਬਾਦ ਹਰਿਆਣਾ ਤੋਂ ਦਵਿੰਦਰ ਕਾਲਾ ਤੇ ਉਸ ਦੇ ਨਾਲ ਇੱਕ ਹੋਰ ਨੌਜਵਾਨ ਨੂੰ ਫੜਨ ਦਾ ਦਾਅਵਾ ਕੀਤਾ। 7 ਜੂਨ ਨੂੰ ਪੰਜਾਬ ਪੁਲਿਸ ਨੇ ਸਿੱਧੂ ਕਤਲ ਕੇਸ ਦੇ 4 ਸ਼ਾਰਪ ਸ਼ੂਟਰਾਂ ਦੀ ਸ਼ਨਾਖਤ ਕਰਨ ਤੇ 8 ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਸਿੱਧੂ ਦਾ ਪਰਿਵਾਰ ਚਾਹੁੰਦਾ ਹੈ ਕਿ ਇਸ ਮਾਮਲੇ ਦੀ ਜਾਂਚ ਕਿਸੇ ਕੇਂਦਰੀ ਜਾਂਚ ਏਜੰਸੀ ਤੋਂ ਕਰਵਾਈ ਜਾਵੇ। ਇਸ ਦੇ ਲਈ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਵੀ ਕੀਤੀ ਤੇ 8 ਜੂਨ ਨੂੰ ਮਾਨਸਾ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਅੰਤਿਮ ਅਰਦਾਸ ਕੀਤੀ ਗਈ। ਇਸ ਪੂਰੇ ਮਸਲੇ ਦੇ ਵਿੱਚ ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਵੱਡੇ ਸਵਾਲ ਕੀਤੇ ਨੇ। ਸਿੱਧੂ ਮੂਸੇਵਾਲੇ ਦੇ ਕਤਲ ਦੇ ਲਈ ਕਹਿੰਦੇ ਸਾਰਾ ਡਰਾਮਾ ਰਚਿਆ ਗਿਆ ਸੀ। ਇਹ ਉਹਨਾਂ ਨੇ ਕਿਉਂ ਕਿਹਾ ਹੈ? ਮੂਸੇਵਾਲੇ ਦੇ ਭੋਗ ਦੇ ਮੌਕੇ ਉਹਨਾਂ ਨੇ ਕਿਹਾ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਆਤਮਿਕ ਸ਼ਾਂਤੀ ਦੀ ਅਰਦਾਸ ਵੀ ਕੀਤੀ ਅਤੇ ਟਵੀਟ ਕੀਤਾ ਕਿ ਹੁਣ ਪੰਜਾਬ ਸਰਕਾਰ ਨੇ 424 VIPs ਦੀ ਸੁਰੱਖਿਆ ਬਹਾਲ ਕਰ ਦਿੱਤੀ ਹੈ। ਕੀ ਭਗਵੰਤ ਮਾਨ ਦੀ ਸਰਕਾਰ ਵਿੱਚੋਂ ਕੋਈ ਵੀ ਸਿਕਿਉਰਿਟੀ ਵਾਪਸ ਲੈਣ ਵਾਲੇ ਸਟੰਟ ਦੀ ਹੋਈ ਕੁਤਾਹੀ ਦੀ ਕੋਈ ਜ਼ਿੰਮੇਵਾਰੀ ਚੁੱਕੇਗਾ, ਜਿਸ ਕਰਕੇ ਸਾਡਾ ਹੋਣਹਾਰ ਨੌਜਵਾਨ ਮਾਰਿਆ ਗਿਆ? ਜੇ ਨਹੀਂ ਤਾਂ ਇਸ ਦਾ ਮਤਲਬ ਹੈ ਕਿ ਸਾਰਾ ਡਰਾਮਾ ਸਿੱਧੂ ਮੂਸੇਵਾਲੇ ਦੇ ਕਤਲ ਦੇ ਲਈ ਰਚਿਆ ਗਿਆ ਸੀ। ਇੱਕ ਵੱਡਾ ਇਲਜ਼ਾਮ ਖਹਿਰਾ ਇੱਥੇ ਲਾ ਰਹੇ ਨੇ। ਇਸੇ ਤਰ੍ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖੁਦ ਮੂਸੇਵਾਲੇ ਦੇ ਅੰਤਿਮ ਅਰਦਾਸ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ। ਉਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਦਿੱਤੀ, ਪਰਿਵਾਰ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ। ਰਾਜਾ ਵੜਿੰਗ ਨੇ ਟਵੀਟ ਕੀਤਾ, ਅਲਵਿਦਾ ਮੇਰੇ ਭਰਾ, ਦੁਨੀਆ ਦੇ ਲਈ ਉਹ ਇੱਕ ਮਹਾਨ ਗਾਇਕ ਸੀ, ਮੇਰੇ ਲਈ ਉਹ ਇੱਕ ਛੋਟੇ ਭਰਾ ਵਰਗਾ ਸੀ। ਉਹ ਹਮੇਸ਼ਾ ਮੇਰੇ ਵਿਚਾਰਾਂ ਤੇ ਯਾਦਾਂ ਵਿੱਚ ਰਹੇਗਾ। ਉਹਦੇ ਮਾਪਿਆਂ ਦੇ ਲਈ ਮੈਂ ਹਮੇਸ਼ਾ ਉਹਨਾਂ ਦੇ ਨਾਲ ਖੜਾ ਰਹਾਂਗਾ। ਸੋ ਅਖੀਰ ਤੇ ਇਹੀ ਕਹਾਂਗੇ, ਕਈ ਲੋਕ ਉਹਨੂੰ ਗੈਂਗਸਟਰ ਦੱਸਦੇ ਨੇ, ਪਰ ਉਹ ਗੰਦੇ ਸਿਸਟਮ ਦੀ ਭੇਂਟ ਚੜ ਗਿਆ। ਉਹ ਟੁਪਾਕ ਸ਼ਾਕੁਰ ਦਾ ਜਨੂਨੀ ਪ੍ਰਸ਼ੰਸਕ ਸੀ ਤੇ ਆਖਿਰਕਾਰ ਉਸੇ ਤਰ੍ਹਾਂ ਦੀ ਹੀ ਮੌਤ ਮਰ ਗਿਆ ਤੇ ਆਪਣੇ ਕੁਝ ਦਿਨ ਪਹਿਲਾਂ ਕੱਢੇ ਗਾਣੇ ਦਾ ਲਾਸਟ ਰਾਈਡ ਦੇ ਬੋਲ ਆਪਣੇ ਉੱਤੇ ਹੀ ਸੱਚ ਕਰ ਗਿਆ। ਲੋਕ ਭਾਵੇਂ ਉਸ ਨੂੰ ਕੁਝ ਵੀ ਕਹਿਣ, ਪਰ ਉਹ ਹਮੇਸ਼ਾ ਆਪਣੇ ਤਕਰੀਬਨ ਹਰ ਗਾਣੇ ਦੇ ਵਿੱਚ ਕਹਿੰਦਾ ਸੀ, ਦਿਲ ਦਾ ਨਹੀਂ ਮਾੜਾ ਸਿੱਧੂ ਮੂਸੇਵਾਲਾ। ਖਬਰਾਂ ਪੜ੍ਹਦੇ ਇੱਕ ਵੱਡੀ ਜਾਣਕਾਰੀ ਇਹ ਮਿਲ ਰਹੀ ਹੈ ਕਿ ਪੰਜਾਬ ਪੁਲਿਸ ਨੇ ਕੈਨੇਡਾ ਰਹਿ ਰਹੇ ਗੈਂਗਸਟਰ ਗੋਲਡੀ ਬਰਾੜ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੇ ਲਈ CBI ਨੂੰ ਤਜਵੀਜ਼ ਭੇਜੀ ਹੈ। ਇਹਦੇ ਨਾਲ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਦੀ ਭਾਰਤ ਹਵਾਲਗੀ ਦਾ ਰਾਹ ਸੌਖਾ ਹੋ ਜਾਊਗਾ। ਇਸ ਗੈਂਗਸਟਰ ਨੇ ਹੀ ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਸਭ ਤੋਂ ਪਹਿਲਾਂ ਲਈ ਸੀ। ਜਦੋਂ 29 ਮਈ ਨੂੰ ਕਤਲ ਹੋਇਆ ਸੀ ਤਾਂ ਉਸੇ ਦਿਨ 2 ਘੰਟੇ ਬਾਅਦ, ਕਤਲ ਤੋਂ 2 ਘੰਟੇ ਬਾਅਦ ਗੋਲਡੀ ਬਰਾੜ ਨੇ ਫੇਸਬੁੱਕ ਤੇ ਪੋਸਟ ਪਾਈ ਸੀ ਕਿ ਮੈਂ ਇਸ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਾ ਹਾਂ। ਸੋ ਹੁਣ ਪੰਜਾਬ ਪੁਲਿਸ ਨੇ CBI ਨੂੰ ਤਜਵੀਜ਼ ਭੇਜੀ ਹੈ। ਦੇਖੋ ਕੀ ਹੁੰਦਾ ਹੈ, ਗੋਲਡੀ ਬਰਾੜ ਨੂੰ ਹਵਾਲਗੀ ਰਾਹੀਂ ਇਧਰ ਲਿਆਂਦਾ ਜਾ ਸਕੂਗਾ ਜਾਂ ਫਿਰ ਨਹੀਂ। ਸਿੱਧੂ ਮੂਸੇਵਾਲੇ ਦੇ ਵੱਡੇ ਕਤਲकांड ਤੋਂ ਬਾਅਦ ਪੰਜਾਬ ਦੇ ਵਿੱਚ ਅਜਿਹੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਮੋਹਾਲੀ ਤੋਂ ਇੱਕ ਅਜਿਹੀ ਖਬਰ ਮਿਲੀ ਹੈ ਜਿੱਥੇ ਸੈਕਟਰ 67 ਦੇ ਵਿੱਚ ਇੱਕ ਨੌਜਵਾਨ ਦੀ ਗੱਡੀ ਦੇ ਵਿੱਚ ਪਏ ਹੋਏ ਦੀ ਲਾਸ਼ ਮਿਲੀ ਹੈ। ਉਸ ਨੌਜਵਾਨ ਦੀ ਪੁੜਪੜੀ ਦੇ ਵਿੱਚ ਗੋਲੀ ਵੱਜੀ ਹੋਈ ਹੈ। ਆਪਣੀ ਹੀ ਗੱਡੀ ਦੇ ਵਿੱਚ ਡਰਾਈਵਰ ਸੀਟ ਤੇ ਉਹ ਬੈਠਾ ਹੋਇਆ ਮਿਲਿਆ। ਨੌਜਵਾਨ ਦੀ ਪਛਾਣ 21 ਸਾਲ ਦੇ ਕਰਨਪਾਲ ਸਿੰਘ ਵਜੋਂ ਹੋਈ ਹੈ। ਫਿਰੋਜ਼ਪੁਰ ਦਾ ਰਹਿਣ ਵਾਲਾ ਸੀ। ਸਾਲ ਤੋਂ ਆਪਣੇ ਪਰਿਵਾਰ ਸਮੇਤ ਮੋਹਾਲੀ ਦੇ ਵਿੱਚ ਰਹਿ ਰਿਹਾ ਸੀ। ਉਹ ਆਪਣੇ ਪਿਤਾ ਦੇ ਨਾਲ ਕਾਰਾਂ ਦੀ ਖਰੀਦ ਵੇਚ ਦਾ ਕੰਮ ਕਰਦਾ ਸੀ। ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਕਰਨਪਾਲ ਦਾ ਮੰਗਲਵਾਰ ਨੂੰ ਜਨਮ ਦਿਨ ਸੀ। ਰਾਤ ਨੂੰ ਆਪਣਾ ਜਨਮ ਦਿਨ ਉਸਨੇ ਮਾਪਿਆਂ ਦੇ ਨਾਲ ਮਨਾਇਆ। ਜਿਵੇਂ ਹੀ ਘਰੇ ਪਹੁੰਚੇ ਤਾਂ ਫਿਰ ਉਹ 10 ਵਜੇ ਦੇ ਕਰੀਬ ਆਪਣੇ ਦੋਸਤਾਂ ਨੂੰ ਮਿਲਣ ਵਾਸਤੇ ਰਵਾਨਾ ਹੋ ਗਿਆ, ਕਿਉਂਕਿ ਉਸਨੂੰ ਫੋਨ ਕਾਲ ਆਈ ਸੀ। ਦੋਸਤ ਕਹਿੰਦਾ ਮੇਰੇ ਸੱਦ ਰਹੇ ਨੇ ਤੇ ਉਹਨਾਂ ਦੇ ਨਾਲ ਚਲਾ ਗਿਆ ਤੇ ਉਸ ਤੋਂ ਬਾਅਦ ਉਹਦਾ ਫੋਨ ਵੀ ਆਇਆ ਕਿ ਮੈਂ ਥੋੜਾ ਜਿਹਾ ਹੋਰ ਲੇਟ ਹੋ ਸਕਦਾ, ਪਰ ਜੇ ਮੈਂ ਜ਼ਿਆਦਾ ਲੇਟ ਹੋ ਗਿਆ ਤਾਂ ਮੈਂ ਆਪਣੇ ਦੋਸਤ ਦੇ ਘਰੇ ਸੌਂ ਜਾਊਂਗਾ, ਤੁਸੀਂ ਚਿੰਤਾ ਨਾ ਕਰਿਓ। ਰਾਤ ਨੂੰ ਕਹਿੰਦੇ ਨਹੀਂ ਆਇਆ। ਤੜਕੇ ਜਦੋਂ ਉੱਠੇ ਅਸੀਂ ਫਿਰ ਦੇਖਿਆ ਬਾਹਰ ਜਾ ਕੇ ਕਿ ਗੱਡੀ ਤਾਂ ਖੜੀ ਹੈ। ਗੱਡੀ ਦੇ ਵਿੱਚ ਜਦੋਂ ਦੇਖਿਆ ਕਿ ਪੁੱਤ ਵੀ ਗੱਡੀ ਦੇ ਵਿੱਚ ਹੀ ਬੈਠਾ ਹੈ, ਕਿ ਸ਼ਾਇਦ ਰਾਤ ਨੂੰ ਗੱਡੀ 'ਚ ਹੀ ਸੌਂ ਗਿਆ ਹੋਣਾ ਕਿ ਘਰਦਿਆਂ ਨੂੰ ਕਾਹਨੂੰ ਡਿਸਟਰਬ ਕਰਨਾ। ਪਰ ਜਦੋਂ ਗੱਡੀ ਖੋਲ ਕੇ ਦੇਖਿਆ ਤਾਂ ਪੁੱਤ ਦੀ ਲਾਸ਼ ਪਈ ਸੀ। ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ। ਪੁਲਿਸ ਨੇ ਫੋਰੈਂਸਿਕ ਟੀਮ ਨੂੰ ਵੀ ਮੌਕੇ ਤੇ ਸੱਦ ਲਿਆ। DSP
ਐਮਐਸਪੀ ਨੇ ਦੱਸਿਆ ਕਿ ਨੌਜਵਾਨ ਨੇ 32 ਬੋਰ ਦੇ ਦੇਸੀ ਪਿਸਟਲ ਦੇ ਨਾਲ ਗੋਲੀ ਮਾਰੀ ਹੈ। ਹਾਲਾਂਕਿ ਪਰਿਵਾਰ ਨੇ ਕਿਹਾ, ਯਾਨੀ ਕਿ ਜਿਹੜੀ ਪੁਲਿਸ ਹੈ ਉਹ ਸ਼ੁਰੂਆਤੀ ਜਾਂਚ ਦੇ ਵਿੱਚ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਦੱਸ ਰਹੀ ਹੈ, ਪਰ ਪਰਿਵਾਰ ਨੇ ਦੱਸਿਆ ਕਿ ਉਹਦੇ ਕੋਲੇ ਤਾਂ ਪਿਸਟਲ ਹੀ ਨਹੀਂ ਸੀ। ਪਿਸਟਲ ਜਦੋਂ ਉਹਦੀ ਨਹੀਂ ਸੀ ਤਾਂ ਫਿਰ ਉਹਨੇ ਕਿੱਥੋਂ ਲਈ, ਕਿਵੇਂ ਗੋਲੀ ਮਾਰ ਲਈ, ਇਹ ਗੱਲ ਹਾਲੇ ਭੇਦ ਬਣੀ ਰਹੀ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਰਿਵਾਲਵਰ ਲਾਇਸੈਂਸੀ ਹੈ ਸੀ ਜਾਂ ਫਿਰ ਨਹੀਂ। ਕੇਂਦਰ ਸਰਕਾਰ ਨੇ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ਦੇ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ, ਪਰ ਇਹ ਵਾਧਾ ਸੱਚਮੁੱਚ ਕਿਸਾਨਾਂ ਦੇ ਨਾਲ ਮਜ਼ਾਕ ਹੀ ਲੱਗਦਾ ਹੈ, ਕਿਉਂਕਿ 100 ਰੁਪਏ ਪ੍ਰਤੀ ਕੁਇੰਟਲ ਹੀ ਵਾਧਾ ਕੀਤਾ ਗਿਆ ਹੈ। ਐਮਐਸਪੀ ਹੁਣ ਵੱਧ ਕੇ 2040 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। 2022-23 ਦੇ ਲਈ ਇਸ ਰੇਟ ਦਾ ਐਲਾਨ ਕੀਤਾ ਗਿਆ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ 2014 ਤੋਂ ਪਹਿਲਾਂ 1-2 ਫਸਲਾਂ ਦੀ ਖਰੀਦ ਕੀਤੀ ਜਾਂਦੀ ਸੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਆਉਣ ਤੋਂ ਬਾਅਦ ਬਾਕੀ ਫਸਲਾਂ ਵੀ ਐਮਐਸਪੀ ਦੇ ਵਿੱਚ ਸ਼ਾਮਿਲ ਹੋ ਗਈਆਂ। ਕਿਸਾਨਾਂ ਦੀ ਆਮਦਨ ਦੇ ਵਿੱਚ ਇਹਦੇ ਨਾਲ ਵਾਧਾ ਹੋਇਆ ਹੈ, ਪਰ ਇੱਥੇ ਸਵਾਲ ਉੱਠਦਾ ਹੈ ਕਿ ਜੇ ਕਿਸਾਨਾਂ ਦੀ ਆਮਦਨ ਵਧੀ ਹੈ ਤਾਂ ਕਿਸਾਨ ਐਵੇਂ ਕਾਹਨੂੰ 1.5 ਸਾਲ ਬਾਰਡਰਾਂ ਦੇ ਉੱਤੇ ਬੈਠੇ ਰਹੇ ਤੇ ਹੁਣ ਵੀ ਕਿਸਾਨ ਲਗਾਤਾਰ ਧਰਨੇ ਲਾਈ ਰੱਖਦੇ ਨੇ। ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ 2022-23 ਦੇ ਸਾਉਣੀ ਦੇ ਵਿਕਰੀ ਸੀਜ਼ਨ ਦੇ ਲਈ 14 ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕੀਤਾ ਗਿਆ ਹੈ। ਘੱਟੋ-ਘੱਟ ਸਮਰਥਨ ਮੁੱਲ ਹੁਣ ਝੋਨੇ ਦਾ 2040 ਰੁਪਏ ਪ੍ਰਤੀ ਕੁਇੰਟਲ ਮਿਲੇਗਾ। ਇਸ ਦੇ ਨਾਲ ਹੀ ਅਰਹਰ ਦੀ ਦਾਲ ਤੇ ਵੀ 300 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਅਰਹਰ ਦਾਲ ਦਾ ਘੱਟੋ-ਘੱਟ ਸਮਰਥਨ ਮੁੱਲ ਇਸ ਵਾਰੀ 6600 ਰੁਪਏ ਪ੍ਰਤੀ ਕੁਇੰਟਲ ਤੈਅ ਕਰ ਦਿੱਤਾ ਗਿਆ। ਤਿਲਾਂ ਦੀ ਕੀਮਤ ਦੇ ਵਿੱਚ 523 ਰੁਪਏ ਦਾ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ। ਮੂੰਗੀ ਤੇ 480 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਊਗਾ। ਸੂਰਜਮੁਖੀ ਤੇ 358 ਰੁਪਏ ਪ੍ਰਤੀ ਕੁਇੰਟਲ, ਮੂੰਗਫਲੀ ਤੇ 300 ਰੁਪਏ ਦਾ ਵਾਧਾ ਹੋਏਗਾ ਤੇ ਜਿਹੜੀ ਫਸਲ ਸਭ ਤੋਂ ਵੱਧ ਉਗਾਈ ਜਾਂਦੀ ਹੈ ਝੋਨਾ, ਉਸ ਤੇ ਸਿਰਫ 100 ਰੁਪਏ ਦਾ ਵਾਧਾ ਹੀ ਕੀਤਾ ਗਿਆ। ਪੰਜਾਬ ਦੇ ਲੋਕਾਂ ਦੇ ਲਈ ਇੱਕ ਰਾਹਤ ਭਰੀ ਖਬਰ ਇਹ ਹੈ ਕਿ ਮਾਲ ਵਿਭਾਗ ਦੇ ਸਟਾਫ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਭਰੋਸੇ ਤੋਂ ਬਾਅਦ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ। ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਨੇ ਚੰਡੀਗੜ੍ਹ ਦੇ ਵਿੱਚ ਪੰਜਾਬ ਸਿਵਲ ਸਕੱਤਰੇਤ ਦੇ ਵਿੱਚ ਇਸ ਯੂਨੀਅਨ ਦੇ ਆਗੂਆਂ ਦੇ ਨਾਲ ਮੀਟਿੰਗ ਕੀਤੀ। ਐਸੋਸੀਏਸ਼ਨ ਦੇ ਨੁਮਾਇੰਦਿਆਂ ਦੀਆਂ ਮੁਸ਼ਕਿਲਾਂ ਸੁਣੀਆਂ। ਕੈਬਨਿਟ ਮੰਤਰੀ ਨੇ ਭਰੋਸਾ ਦਿੱਤਾ ਕਿ ਸਾਰੀਆਂ ਮੰਗਾਂ ਤੇ ਹਮਦਰਦੀ ਦੇ ਨਾਲ ਅਸੀਂ ਵਿਚਾਰ ਕਰ ਰਹੇ ਹਾਂ, ਸਾਰੀਆਂ ਮੰਗਾਂ ਤੁਹਾਡੀਆਂ ਹੌਲੀ-ਹੌਲੀ ਕਰਕੇ ਮੰਨ ਲਈਆਂ ਜਾਣਗੀਆਂ। ਤੇ ਉਹਨਾਂ ਨੇ ਅਪੀਲ ਕੀਤੀ, ਮੰਤਰੀ ਨੇ ਹੱਥ ਬੰਨ੍ਹ ਕੇ ਬੇਨਤੀ ਹੀ ਕੀਤੀ ਕਿ ਲੋਕਾਂ ਦੇ ਹਿੱਤਾਂ ਦੀ ਖਾਤਰ ਤੁਸੀਂ ਆਪਣੀਆਂ ਡਿਊਟੀਆਂ ਹੁਣ ਸਾਂਭ ਲਓ, ਕਿਉਂਕਿ ਲੋਕ ਬੜੇ ਪਰੇਸ਼ਾਨ ਹੋ ਰਹੇ ਨੇ। ਸੋ ਕਈ ਦਿਨਾਂ ਤੋਂ ਚੱਲ ਰਹੀ ਹੜਤਾਲ ਖਤਮ ਹੋ ਗਈ ਹੈ। ਕੈਨੇਡਾ ਤੋਂ ਵੱਡੀ ਖਬਰ ਹੈ, ਜਿੱਥੇ ਸਰਕਾਰ ਨੇ ਸੁਪਰ ਵੀਜ਼ਾ ਪ੍ਰੋਗਰਾਮ ਦੇ ਵਿੱਚ ਕਾਫੀ ਬਦਲਾਅ ਕੀਤੇ ਨੇ। ਕੈਨੇਡਾ ਦੇ ਵੱਲੋਂ ਮਾਪਿਆਂ ਤੇ ਦਾਦਾ-ਦਾਦੀ ਦੇ ਲਈ ਸੁਪਰ ਵੀਜ਼ਾ ਪ੍ਰੋਗਰਾਮ ਦੇ ਵਿੱਚ ਕੀਤੇ ਬਦਲਾਅ ਦਾ ਸਭ ਤੋਂ ਵੱਧ ਫਾਇਦਾ ਭਾਰਤੀਆਂ ਨੂੰ ਹੀ ਹੋਵੇਗਾ, ਕਿਉਂਕਿ ਜ਼ਿਆਦਾ ਭਾਰਤੀ ਲੋਕ ਉੱਥੇ ਰਹਿੰਦੇ ਨੇ ਤੇ ਉਹਨਾਂ ਦੇ ਮਾਪੇ ਹੀ ਆਪਣੇ ਬੱਚਿਆਂ ਦੇ ਕੋਲ ਜ਼ਿਆਦਾਤਰ ਜਾਂਦੇ ਨੇ। ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਦੇ ਵੱਲੋਂ ਕੀਤੇ ਗਏ ਐਲਾਨ ਦੇ ਤਹਿਤ, ਬਦਲਾਅ ਵਾਲੇ ਐਲਾਨ ਦੇ ਤਹਿਤ ਕੈਨੇਡਾ ਆਉਣ ਵਾਲੇ ਮਾਤਾ-ਪਿਤਾ ਤੇ ਦਾਦਾ-ਦਾਦੀ ਹੁਣ ਇੱਥੇ ਪ੍ਰਤੀ ਐਂਟਰੀ 5 ਸਾਲ ਰਹਿ ਸਕਦੇ ਨੇ। ਪਹਿਲਾਂ ਸਿਰਫ ਇੱਕ ਐਂਟਰੀ ਤੇ 2 ਸਾਲ ਰਹਿ ਸਕਦੇ ਸੀ। ਇਹ ਤਬਦੀਲੀਆਂ 4 ਜੁਲਾਈ ਤੋਂ ਲਾਗੂ ਹੋ ਜਾਣਗੀਆਂ। ਕੈਨੇਡਾ ਅੰਤਰਰਾਸ਼ਟਰੀ ਮੈਡੀਕਲ ਬੀਮਾ ਕੰਪਨੀਆਂ ਨੂੰ ਸੁਪਰ ਵੀਜ਼ਾ ਬਿਨੈਕਾਰਾਂ ਨੂੰ ਕਵਰੇਜ ਪ੍ਰਦਾਨ ਕਰਨ ਦੀ ਇਜਾਜ਼ਤ ਵੀ ਦੇਵੇਗਾ। ਸੁਪਰ ਵੀਜ਼ਾ ਪ੍ਰੋਗਰਾਮ 2011 ਦੇ ਵਿੱਚ ਸ਼ੁਰੂ ਹੋਇਆ ਸੀ, ਜਿਸ ਤਹਿਤ ਕੈਨੇਡੀਅਨ ਨਾਗਰਿਕਾਂ ਅਤੇ ਸਥਾਈ ਪ੍ਰਵਾਸੀਆਂ ਯਾਨੀ ਕਿ ਪੀਆਰਸ ਨੂੰ ਆਪਣੇ ਮਾਪਿਆਂ ਤੇ ਦਾਦਾ-ਦਾਦੀ ਨੂੰ ਲੰਬੇ ਸਮੇਂ ਦੇ ਲਈ ਕੈਨੇਡਾ ਵਿੱਚ ਆਉਣ ਤੇ ਉਹਨਾਂ ਦੇ ਨਾਲ ਰਹਿਣ ਦੇ ਲਈ ਸਪਾਂਸਰ ਕਰਨ ਦੀ ਇਜਾਜ਼ਤ ਦਿੰਦਾ ਹੈ। ਤੇ ਹੁਣ ਇਸ ਸੁਪਰ ਵੀਜ਼ਾ ਹੋਰ ਵੀ ਜ਼ਿਆਦਾ ਲਾਭਦਾਇਕ ਹੋ ਗਿਆ ਹੈ, ਕਿਉਂਕਿ 2 ਦੀ ਥਾਂ ਪੂਰੇ 5 ਸਾਲ ਕਰ ਦਿੱਤੇ ਗਏ ਨੇ। 5 ਸਾਲ ਇੱਕ ਵੀਜ਼ੇ ਤੇ ਮਾਤਾ-ਪਿਤਾ ਤੇ ਦਾਦਾ-ਦਾਦੀ ਰਹਿ ਸਕਣਗੇ, ਪਰ ਉਹਨਾਂ ਦੇ ਜਿਹੜੇ ਕੈਨੇਡਾ ਦੇ ਨਾਗਰਿਕ ਹੋ ਚੁੱਕੇ ਨੇ, ਸਿਟੀਜ਼ਨ ਹੋ ਚੁੱਕੇ ਨੇ ਤੇ ਜਿਹੜੇ ਉੱਥੋਂ ਦੇ ਪੱਕੇ ਪ੍ਰਵਾਸੀ ਹੋ ਚੁੱਕੇ ਨੇ ਯਾਨੀ ਕਿ ਪੀਆਰ ਨੇ। ਹੁਣ ਤੱਕ ਇਹ ਮਲਟੀਪਲ ਐਂਟਰੀ ਵੀਜ਼ਾ 10 ਸਾਲਾਂ ਤੱਕ ਵੈਲਿਡ ਹੈ। ਮਾਪਿਆਂ ਤੇ ਦਾਦਾ-ਦਾਦੀ ਨੂੰ ਇੱਕ ਸਮੇਂ ਵਿੱਚ ਸਿਰਫ 2 ਸਾਲਾਂ ਲਈ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਦਿੰਦਾ ਹੈ, ਪਰ ਹੁਣ ਇਹ 5 ਸਾਲ ਰਹਿਣ ਦੀ ਇਜਾਜ਼ਤ ਦੇਵੇਗਾ। ਪੈਗੰਬਰ ਮੁਹੰਮਦ ਦੇ ਅਪਮਾਨ ਦਾ ਬਦਲਾ ਲੈਣ ਦੇ ਲਈ ਅਲ ਕਾਇਦਾ ਨੇ ਦਿੱਲੀ, ਮੁੰਬਈ, ਯੂਪੀ ਅਤੇ ਗੁਜਰਾਤ ਦੇ ਵਿੱਚ ਆਤਮਘਾਤੀ ਹਮਲਿਆਂ ਦੀ ਚੇਤਾਵਨੀ ਦਿੱਤੀ ਹੈ। ਬੀਜੇਪੀ ਦੀ ਲੀਡਰ ਦੇ ਵੱਲੋਂ ਨੂਪੁਰ ਸ਼ਰਮਾ ਤੇ ਇੱਕ ਹੋਰ ਲੀਡਰ ਦੇ ਵੱਲੋਂ ਜਿਹੜੀਆਂ ਇਸਲਾਮ ਦੇ ਪੈਗੰਬਰ ਮੁਹੰਮਦ ਸਾਹਿਬ ਦੇ ਖਿਲਾਫ ਬਹੁਤ ਹੀ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਨੇ, ਉਹਨਾਂ ਟਿੱਪਣੀਆਂ ਦਾ ਜੋ ਨਤੀਜਾ ਹੈ ਉਹ ਅਸੀਂ ਅੱਜ ਦੇਖ ਰਹੇ ਹਾਂ। ਪੂਰੇ ਭਾਰਤ ਦੀ ਹੇਠੀ ਹੋ ਰਹੀ ਹੈ, ਪੂਰੀ ਦੁਨੀਆ ਦੇ ਵਿੱਚ ਬੇਇੱਜ਼ਤੀ ਕਰਵਾ ਕੇ ਰੱਖ ਦਿੱਤੀ ਹੈ ਇਹਨਾਂ ਦੋਵਾਂ ਦੇ ਨਫ਼ਰਤ ਭਰੇ ਬਿਆਨਾਂ ਨੇ। ਤੇ ਅੱਜ ਹਾਲਾਤ ਇਸ ਕਦਰ ਖਰਾਬ ਹੋ ਗਏ ਨੇ ਕਿ ਅਲ ਕਾਇਦਾ ਨੇ ਆਤਮਘਾਤੀ ਬੰਬ ਧਮਾਕੇ ਕਰਨ ਦੀ ਚੇਤਾਵਨੀ ਜਾਰੀ ਕਰ ਦਿੱਤੀ
ਸਕਦੀ ਹੈ ਅਲ ਕਾਇਦਾ ਇਨ ਇੰਡੀਅਨ ਸਬ ਕੰਟੀਨੈਂਟ, ਜਿਸ ਨੂੰ AQIS ਕਿਹਾ ਜਾਂਦਾ ਹੈ। ਤੇ ਲੋਕ ਇਸ ਪੂਰੇ ਮਸਲੇ ਤੇ ਕਹਿ ਰਹੇ ਨੇ, ਸੋਸ਼ਲ ਮੀਡੀਆ ਤੇ ਨੌਜਵਾਨ ਲਿਖ ਰਹੇ ਨੇ, ਹਿੰਦੂ ਜਗਾਉਣ ਚੱਲੇ ਸੀ, ਅਰਬੀ ਜਗਾ ਲਏ। ਅਗਲਿਆਂ ਨੇ ਪਿਛਲੇ 8 ਸਾਲ ਦਾ ਰਿਕਾਰਡ ਕੱਢ ਲਿਆ, ਜਿਹਦੇ ਵਿੱਚ ਤਕਰੀਬਨ 5200 ਬਿਆਨ ਨੇ ਜੋ ਮੁਸਲਿਮ ਧਰਮ ਦੇ ਖਿਲਾਫ ਦਿੱਤੇ ਹੋਏ ਨੇ। 38 ਲੀਡਰਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ ਤੇ ਸਾਡੇ ਦੇਸ਼ ਦੇ ਲੀਡਰ ਕਹਿ ਰਹੇ ਸੀ ਕਿ ਮੈਂ ਦੇਸ਼ को झुकने नहीं दूंगा। ਇਹ ਲੋਕਾਂ ਦੇ ਤੰਜ ਨੇ, ਲੋਕ ਸੋਸ਼ਲ ਮੀਡੀਆ ਤੇ ਲਿਖ ਰਹੇ ਨੇ। ਅਲ-ਕਾਇਦਾ ਦੀ ਇਸ ਧਮਕੀ ਤੋਂ ਬਾਅਦ ਕਾਂਗਰਸ ਨੇ ਵੀ ਬੀਜੇਪੀ ਨੂੰ ਘੇਰਿਆ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਿਆ ਹੈ। ਪ੍ਰੈਸ ਕਾਨਫਰੰਸ ਦੇ ਵਿੱਚ ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਪਿਛਲੇ ਦਿਨੀ ਭਾਰਤ ਨੂੰ ਸ਼ਰਮਿੰਦਗੀ ਉਠਾਉਣੀ ਪਈ ਹੈ, ਬਹੁਤ ਹੀ ਜ਼ਿਆਦਾ ਸ਼ਰਮਸਾਰ ਹੋਣਾ ਪਿਆ ਹੈ। ਦੁਨੀਆ ਭਰ ਦੇ ਵਿੱਚ ਭਾਰਤ ਦੀ ਚੰਗੀ ਛਵੀ ਹੈ, ਪਰ ਪੂਰਾ ਵਿਸ਼ਵ ਹੈਰਾਨ ਰਹਿ ਗਿਆ ਕਿ ਭਾਰਤ ਦੇ ਸੱਤਾਧਾਰੀ ਪਾਰਟੀ ਦੇ ਨਫ਼ਰਤੀ ਚਿਹਰਿਆਂ ਤੇ ਉਹਨਾਂ ਦੇ ਨਫ਼ਰਤ ਭਰੇ ਬਿਆਨਾਂ ਤੋਂ ਅਤੇ ਪ੍ਰਧਾਨ ਮੰਤਰੀ ਦੀ ਚੁੱਪੀ ਤੋਂ ਪੂਰੀ ਦੁਨੀਆ ਹੈਰਾਨ ਹੈ। ਕਈ ਸਾਲਾਂ ਦੀ ਚੁੱਪੀ ਤੋਂ, 8 ਸਾਲਾਂ ਦੀ ਚੁੱਪੀ ਤੋਂ ਗ੍ਰਹਿ ਮੰਤਰੀ ਵੀ ਚੁੱਪ ਨੇ, ਵਿਦੇਸ਼ ਮੰਤਰੀ ਵੀ ਚੁੱਪ ਨੇ। ਪਵਨ ਖੇੜਾ ਨੇ ਕਿਹਾ ਕਿ ਪਿਛਲੇ 7 ਸਾਲਾਂ ਦੇ ਵਿੱਚ ਇਸ ਦੇਸ਼ ਦੇ ਵਿਰੋਧੀ ਧਿਰ ਨੇ, ਬੁੱਧੀਜੀਵੀ ਵਰਗ ਨੇ ਵਾਰ-ਵਾਰ ਯਾਦ ਦਿਵਾਉਣ ਦੀ ਕੋਸ਼ਿਸ਼ ਕੀਤੀ, ਇਹ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਦੇਸ਼ ਹੈ ਜਿਹੜਾ ਉਹ ਵਿਭਿੰਨਤਾ ਵਾਲਾ ਦੇਸ਼ ਹੈ, ਪਰ ਸਾਡੀ ਨਹੀਂ ਸੁਣੀ ਗਈ ਤੇ ਅੱਜ ਨਤੀਜਾ ਤੁਹਾਡੇ ਸਭ ਦੇ ਸਾਹਮਣੇ ਹੈ। ਕੇਂਦਰੀ ਮੰਤਰੀ ਮੁਖਤਾਰ ਅब्बास ਨਕਵੀ ਨੇ ਕਿਹਾ ਕਿ ਅਲ-ਕਾਇਦਾ ਮੁਸਲਮਾਨਾਂ ਦੀ ਹਿਫਾਜ਼ਤ ਨਹੀਂ, ਮੁਸੀਬਤ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਲੋਕ ਇਸਲਾਮ ਨੂੰ ਸੁਰੱਖਿਆ ਕਵਚ ਬਣਾ ਕੇ ਇਨਸਾਨੀਅਤ ਨੂੰ ਲਹੂ ਲੁਹਾਨ ਕਰਨਾ ਚਾਹੁੰਦੇ ਨੇ। ਜਿਹੜੇ ਲੋਕ ਪਾਕਿਸਤਾਨ ਦੇ ਪ੍ਰੋਪੇਗੈਂਡਾ ਦੇ ਵਿੱਚ ਫਸ ਰਹੇ ਨੇ, ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਹਿੰਦੁਸਤਾਨ ਦੀ ਅਨੇਕਤਾ ਵਿੱਚ ਏਕਤਾ ਦੀ ਤਾਕਤ ਨੂੰ ਉਹ ਕਮਜ਼ੋਰ ਨਹੀਂ ਕਰ ਸਕਦੇ। ਪਰ ਅਨੇਕਤਾ ਦੇ ਵਿੱਚ ਏਕਤਾ ਦੀ ਤਾਕਤ ਨੂਪੁਰ ਸ਼ਰਮਾ ਨੂੰ ਕਿਉਂ ਨਹੀਂ ਸਮਝ ਆਈ, ਜਿਸਨੇ ਸਾਰੀ ਦੁਨੀਆ 'ਚ ਭਾਰਤ ਦੀ ਬੇਇੱਜ਼ਤੀ ਕਰਵਾ ਰੱਖੀ ਹੈ। ਕੇਂਦਰੀ ਮੰਤਰੀ ਪਿਊਸ਼ ਗੋਇਲ ਵੀ ਬੋਲੇ ਨੇ, ਖਾੜੀ ਦੇਸ਼ਾਂ ਦੇ ਵਿੱਚ ਰਹਿਣ ਵਾਲੇ ਸਾਰੇ ਭਾਰਤੀ ਕਹਿੰਦੇ ਸੁਰੱਖਿਅਤ ਨੇ, ਉਹਨਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਉਹਨਾਂ ਨੂੰ ਲੱਗਦਾ ਕਿ ਨੂਪੁਰ ਸ਼ਰਮਾ ਦੇ ਬਿਆਨ ਦੇ ਨਾਲ ਕੁਝ ਵੀ ਨਹੀਂ ਹੋਇਆ। ਵਿਦੇਸ਼ਾਂ ਦੇ ਵਿੱਚ ਖਾੜੀ ਮੁਲਕਾਂ ਦੇ ਵਿੱਚ ਰਹਿੰਦੇ ਭਾਰਤੀਆਂ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ। ਹਾਲਾਂਕਿ ਸੱਚ ਹੈ ਕਿ ਕਈ ਮੁਲਕਾਂ ਦੇ ਵਿੱਚ ਭਾਰਤੀ ਸਮਾਨ ਦੇ ਬਾਈਕਾਟ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਇਸਲਾਮਿਕ ਦੇਸ਼ਾਂ ਦੀ ਜਥੇਬੰਦੀ OIC ਨੇ ਵੀ ਇਸ ਮਾਮਲੇ ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਕਈ ਮੁਲਕ UN ਦੇ ਦਰਬਾਰ ਜਾ ਕੇ ਖੜੇ ਹੋ ਗਏ ਨੇ। ਇਸ ਮਾਮਲੇ ਤੇ ਸਪਸ਼ਟੀਕਰਨ ਦਿੰਦੇ ਹੋਏ ਆਪਣੀ ਸਰਕਾਰ ਦਾ ਬਚਾਅ ਕਰਦੇ ਹੋਏ ਪੀਯੂਸ਼ ਗੋਇਲ ਨੇ ਕਿਹਾ ਕਿ ਕਿਤੇ ਵੀ ਕੋਈ ਤਣਾਅ ਨਹੀਂ ਹੈ। ਮੈਂ ਨਹੀਂ ਸਮਝਦਾ ਕਿ ਬਿਆਨ ਸਰਕਾਰ ਦੇ ਕਿਸੇ ਵਿਅਕਤੀ ਨੇ ਦਿੱਤਾ ਸੀ, ਜਦਕਿ ਨੂਪੁਰ ਸ਼ਰਮਾ BJP ਦੀ ਬੁਲਾਰਾ ਸੀ, ਇਸ ਲਈ ਕਹਿੰਦੇ ਇਹਦਾ ਸਰਕਾਰ ਤੇ ਕੋਈ ਪ੍ਰਭਾਵ ਨਹੀਂ ਹੈ। ਉਹਨਾਂ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਇਸ ਤੇ ਸਪਸ਼ਟੀਕਰਨ ਦੇ ਦਿੱਤਾ ਹੈ। BJP ਨੇ ਵੀ ਇਸ ਤੇ ਜ਼ਰੂਰੀ ਕਦਮ ਚੁੱਕੇ ਨੇ। ਅਸੀਂ ਦੁਨੀਆ ਦੀ ਅਗਵਾਈ ਕਰਦੇ ਹਾਂ ਤੇ ਅਸੀਂ ਅਜਿਹਾ ਕਰਨਾ ਜਾਰੀ ਰੱਖਾਂਗੇ। ਇਹਨਾਂ ਦੇਸ਼ਾਂ ਦੇ ਨਾਲ ਸਾਡੇ ਚੰਗੇ ਰਿਸ਼ਤੇ ਨੇ ਤੇ ਇਹ ਰਿਸ਼ਤੇ ਬਣੇ ਰਹਿਣਗੇ। ਰਾਜ ਸਭਾ ਦੇ ਸਾਂਸਦ ਸੁਬਰਾਮਨੀਅਮ ਸਵਾਮੀ ਨੇ BJP ਤੇ ਨਿਸ਼ਾਨਾ ਸਾਧਿਆ ਹੈ। ਟਵੀਟ ਕੀਤਾ ਹੈ, ਕਹਿੰਦੇ ਮੋਦੀ ਸਰਕਾਰ ਅਰਬ ਮੁਲਕਾਂ ਦੇ ਸਾਹਮਣੇ ਖੜੀ ਹੀ ਨਹੀਂ ਹੋ ਸਕਦੀ। ਭਾਰਤ ਸਰਕਾਰ ਨੇ ਇਜ਼ਰਾਈਲ ਦੇ ਖਿਲਾਫ ਅਤੇ ਅੱਤਵਾਦੀ ਹਮਾਸ ਦੇ ਪੱਖ ਵਿੱਚ ਵੋਟ ਪਾਈ ਸੀ। ਅਫਗਾਨਿਸਤਾਨ ਸੰਕਟ ਦੇ ਵੇਲੇ ਭਾਰਤ ਸਰਕਾਰ ਕਤਰ ਨੂੰ ਗੁਹਾਰ ਲਾ ਰਹੀ ਸੀ ਕਿ ਉਹ ਤਾਲਿਬਾਨ ਦੇ ਨਾਲ ਭਾਰਤ ਨੂੰ ਵੀ ਇੱਕ ਪਾਰਟੀ ਬਣਾਏ। ਦੁਬਈ ਨੂੰ ਕਾਲੇ ਧਨ ਦਾ ਅੱਡਾ ਮੰਨਿਆ ਜਾਂਦਾ ਹੈ ਤੇ ਉਸ ਦਾ BCCI ਤੇ ਕੰਟਰੋਲ ਹੈ। ਹੋਰ ਕੁਝ ਚਾਹੀਦਾ ਤੁਹਾਨੂੰ, ਇਸ ਸਵਾਲ ਪੁੱਛਿਆ ਹੈ ਸੁਬਰਾਮਨੀਅਮ ਨੇ। ਭਾਰਤ ਦੇ ਵਿੱਚ ਮੁਸਲਿਮ ਲੀਡਰ ਅਸਾਉਦੀਨ ਓਵੈਸੀ ਨੇ ਕਿਹਾ ਕਿ ਜਦੋਂ ਆਪਣੇ ਮੁਲਕ ਤੇ ਮੁਸਲਮਾਨ ਇਸ ਮੁੱਦੇ ਤੇ ਆਵਾਜ਼ ਚੁੱਕ ਰਹੇ ਸੀ, ਉਦੋਂ ਤਾਂ BJP ਨੇ ਗੱਲ ਹੀ ਨਹੀਂ ਸੁਣੀ, ਅਣਸੁਣੀ ਕਰ ਦਿੱਤੀ। ਓਵੈਸੀ ਨੇ ਮਹਾਰਾਸ਼ਟਰ ਦੇ ਲਾਤੂਰ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 10 ਦਿਨਾਂ ਬਾਅਦ ਮੋਦੀ ਨੂੰ ਖਿਆਲ ਆਇਆ, ਅਸੀਂ ਬੋਲਦੇ ਰਹੇ ਪਰ ਉਹ ਟਸ ਤੋਂ ਮਸ ਨਹੀਂ ਹੋਏ। ਹਰਕਤ ਵਿੱਚ ਉਦੋਂ ਆਏ ਜਦੋਂ ਕਤਰ, ਬਹਿਰੀਨ, ਸਾਊਦੀ ਅਤੇ UAE ਦੇ ਵਿੱਚ ਕੁਝ ਹੋਇਆ। ਜਦੋਂ ਇਹਨਾਂ ਮੁਲਕਾਂ ਦੇ ਵਿੱਚ ਕੁਝ ਹੁੰਦਾ ਹੈ ਉਦੋਂ ਇਹ ਹਰਕਤ ਵਿੱਚ ਆਉਂਦੇ ਨੇ। ਜਦੋਂ ਆਪਣੇ ਮੁਲਕ ਦੇ ਵਿੱਚ ਮੁਸਲਮਾਨ ਬੋਲਦੇ ਨੇ ਉਹਨਾਂ ਨੂੰ ਇਹ ਸੁਣਦੇ ਨਹੀਂ। ਸੋ ਇਹ ਮਸਲਾ ਕਾਫੀ ਵੱਧਦਾ ਜਾ ਰਿਹਾ ਹੈ। BJP ਨੇ ਹਾਲਾਂਕਿ ਸਪਸ਼ਟੀਕਰਨ ਦਿੱਤਾ ਕਿ ਸਾਡੀ ਪਾਰਟੀ ਸਾਰੇ ਧਰਮਾਂ ਦਾ ਸਨਮਾਨ ਕਰਦੀ ਹੈ। ਜਾਂ ਤਾਂ BJP ਕਹਿ ਦੇਵੇ ਕਿ ਇਹ ਸਾਡੇ ਬੁਲਾਰੇ ਨਹੀਂ ਸਨ, ਇਹ ਸਾਡੀ ਪਾਰਟੀ ਨਾਲ ਸੰਬੰਧਿਤ ਨਹੀਂ ਸਨ, ਪਰ ਹੁਣ ਇੰਨਾ ਕਹਿਣ ਦੇ ਨਾਲ ਗੱਲ ਨਹੀਂ ਬਣਦੀ ਦਿਖਾਈ ਦੇ ਰਹੀ ਕਿ ਅਸੀਂ ਸਾਰੇ ਧਰਮਾਂ ਦਾ ਸਨਮਾਨ ਕਰਦੇ ਹਾਂ। ਨੂਪੁਰ ਸ਼ਰਮਾ ਨੂੰ ਸਸਪੈਂਡ ਵੀ ਕਰ ਦਿੱਤਾ, ਪਰ ਫਿਰ ਵੀ ਗੱਲ ਨਹੀਂ ਬਣ ਰਹੀ। ਪੂਰੀ ਦੁਨੀਆ ਦੇ ਵਿੱਚ ਅਰਬੀ ਲੋਕਾਂ ਨੂੰ ਹੁਣ ਨੂਪੁਰ ਸ਼ਰਮਾ ਦੇ ਇੱਕ ਨਫ਼ਰਤ ਭਰੇ ਬਿਆਨ ਨੇ ਜਗਾ ਦਿੱਤਾ ਹੈ। ਇਹ ਕਦੋਂ ਸ਼ਾਂਤ ਹੋਣਾ ਮਸਲਾ, ਇਹ ਤਾਂ ਹੁਣ ਭਾਰਤ ਸਰਕਾਰ ਦੇ ਹੱਥ ਵਿੱਚ ਹੈ। ਤੇ ਇਸ ਮਸਲੇ ਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਵੀ ਬਿਆਨ ਆਇਆ ਹੈ। ਉਹਨਾਂ ਨੇ ਪਾਕਿਸਤਾਨ ਸਰਕਾਰ ਨੂੰ ਭਾਰਤ ਨਾਲ ਸੰਬੰਧ ਤੋੜਨ ਦੀ ਅਪੀਲ ਕੀਤੀ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੇ BJP ਦੇ ਮੁਅੱਤਲ ਲੀਡਰਾਂ ਨੂਪੁਰ ਸ਼ਰਮਾ ਤੇ ਨਵੀਨ ਜਿੰਦਲ ਦੇ ਵੱਲੋਂ ਪੈਗੰਬਰ ਮੁਹੰਮਦ ਸਾਹਿਬ ਦੇ ਖਿਲਾਫ ਕੀਤੀਆਂ ਟਿੱਪਣੀਆਂ
ਟਿੱਪਣੀਆਂ ਦੇ ਕਾਰਨ ਪਾਕਿਸਤਾਨ ਸਰਕਾਰ ਨੂੰ ਕਿਹਾ ਹੈ ਕਿ ਭਾਰਤ ਸਰਕਾਰ ਨਾਲ ਹਰ ਤਰ੍ਹਾਂ ਦੇ ਸੰਬੰਧ ਖਤਮ ਕਰ ਦਿੱਤੇ ਜਾਣ ਤੇ ਇਹਨਾਂ ਟਿੱਪਣੀਆਂ ਦੇ ਵਿਰੁੱਧ ਸਖਤ ਰੁਖ ਅਪਣਾਇਆ ਜਾਵੇ। ਉਹਨਾਂ ਸੁਝਾਅ ਦਿੱਤਾ ਕਿ ਪਾਕਿਸਤਾਨ ਸਰਕਾਰ ਨੂੰ ਵੀ ਅਰਬ ਮੁਲਕਾਂ ਵਾਲਾ ਰਵੱਈਆ ਅਪਣਾਉਣਾ ਚਾਹੀਦਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਸਖਤ ਸਟੈਂਡ ਲੈਣਾ ਚਾਹੀਦਾ ਹੈ। ਭਾਰਤੀ ਉਤਪਾਦਾਂ ਦਾ ਬਾਈਕਾਟ ਵੀ ਕਰਨਾ ਚਾਹੀਦਾ ਹੈ। ਇਹ ਮੰਗ ਹੈ ਜਿਹੜੀ ਉਹ ਸਾਬਕਾ ਪ੍ਰਧਾਨ ਮੰਤਰੀ ਨੇ ਕੀਤੀ ਹੈ। ਹਾਲਾਂਕਿ ਜਦੋਂ ਪ੍ਰਧਾਨ ਮੰਤਰੀ ਨੂੰ ਗੱਦੀਓਂ ਲਾਇਆ ਗਿਆ ਉਹਨਾਂ ਦੇ ਖਿਲਾਫ ਬੇਭਰੋਸਗੀ ਦਾ ਮਤਾ ਪਾਸ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਉਹਨਾਂ ਨੇ ਕਈ ਵਾਰੀ ਭਾਰਤ ਦੀ ਤਾਰੀਫ ਕੀਤੀ ਹੈ। ਦਿੱਲੀ ਤੋਂ ਵੱਡੀ ਖਬਰ ਹੈ ਜਿੱਥੇ 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਯਾਨੀ ਕਿ CAQM ਨੇ 1 ਜਨਵਰੀ 2023 ਤੋਂ ਪੂਰੇ ਦਿੱਲੀ NCR ਇਲਾਕੇ ਦੇ ਵਿੱਚ ਉਦਯੋਗਿਕ, ਘਰੇਲੂ ਅਤੇ ਹੋਰ ਕਾਰੋਬਾਰਾਂ ਦੇ ਵਿੱਚ ਕੋਲੇ ਦੀ ਵਰਤੋਂ ਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਯਾਨੀ ਕਿ 1 ਜਨਵਰੀ 2023 ਤੋਂ ਕੁਝ ਮਹੀਨਿਆਂ ਬਾਅਦ ਸਨਅਤਾਂ, ਘਰਾਂ ਤੇ ਹੋਰ ਕਾਰੋਬਾਰਾਂ ਦੇ ਵਿੱਚ ਦਿੱਲੀ NCR ਦੇ ਵਿੱਚ ਕੋਲਾ ਵਰਤਣ ਤੇ ਪਾਬੰਦੀ ਹੋਵੇਗੀ। ਇਸ ਹੁਕਮ ਦੇ ਮੁਤਾਬਿਕ ਥਰਮਲ ਪਲਾਂਟਾਂ ਦੇ ਵਿੱਚ ਘੱਟ ਸਲਫਰ ਵਾਲੇ ਕੋਲੇ ਦੀ ਵਰਤੋਂ ਨੂੰ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ। ਉਹ ਕੋਲਾ ਵਰਤਿਆ ਜਾ ਸਕਦਾ ਹੈ। RBI ਨੇ ਵੱਧਦੀ ਮਹਿੰਗਾਈ ਤੇ ਕਾਬੂ ਪਾਉਣ ਦੇ ਲਈ ਮੁੱਖ ਨੀਤੀਗਤ ਦਰ ਰੈਪੋ ਨੂੰ 0.5% ਵਧਾ ਕੇ 4.9% ਕਰ ਦਿੱਤਾ ਹੈ। RBI ਦੇ ਇਸ ਕਦਮ ਦੇ ਨਾਲ ਕਰਜ਼ਾ ਮਹਿੰਗਾ ਹੋ ਜਾਏਗਾ। ਕਰਜ਼ੇ ਦੀ ਮਹੀਨਾਵਾਰ ਕਿਸ਼ਤ ਭਾਵ EMI ਵੱਧ ਜਾਊਗੀ। ਇਸ ਤੋਂ ਪਹਿਲਾਂ 4 ਮਈ ਨੂੰ RBI ਨੇ ਅਚਾਨਕ ਰੈਪੋ ਰੇਟ ਦੇ ਵਿੱਚ 0.4% ਦਾ ਵਾਧਾ ਕੀਤਾ ਸੀ। ਮੁਦਰਾ ਨੀਤੀ ਕਮੇਟੀ ਦੇ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ RBI ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ MPC ਨੇ ਸਰਬਸੰਮਤੀ ਦੇ ਨਾਲ ਨੀਤੀਗਤ ਦਰ ਦੇ ਵਿੱਚ 0.5% ਵਾਧਾ ਕਰਨ ਦਾ ਫੈਸਲਾ ਲਿਆ ਹੈ। ਦੁਨੀਆ ਦੇ ਵਿੱਚ ਹੁਣ ਲੋਕ ਕੋਰੋਨਾ ਦੇ ਨਾਲ ਰਹਿਣਾ ਸਿੱਖ ਗਏ ਨੇ, ਜਿਉਣਾ ਸਿੱਖ ਗਏ ਨੇ, ਪਰ ਭਾਰਤ ਦੇ ਵਿੱਚ ਖਬਰ ਆ ਰਹੀ ਹੈ ਕਿ 3 ਮਹੀਨਿਆਂ ਦੇ ਬਾਅਦ ਇੱਕ ਦਿਨ ਦੇ ਵਿੱਚ 5000 ਮਾਮਲੇ ਸਾਹਮਣੇ ਆਏ ਨੇ। ਕੋਰੋਨਾ ਪੀੜਤਾਂ ਦੀ ਗਿਣਤੀ ਹੈ ਜਿਹੜੀ ਉਹ ਵੱਧ ਕੇ ਬਹੁਤ ਜ਼ਿਆਦਾ ਹੋ ਗਈ ਹੈ ਲੰਘੇ 2.5 ਸਾਲਾਂ ਦੇ ਵਿੱਚ। ਭਾਰਤ ਦੀ ਤਜਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਅਚਾਨਕ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਮਿਤਾਲੀ ਨੇ 232 ਇੱਕ ਦਿਨਾਂ ਮੈਚਾਂ ਵਿੱਚ ਰਿਕਾਰਡ 7805 ਦੌੜਾਂ ਬਣਾ ਕੇ ਆਪਣੇ ਸ਼ਾਨਦਾਰ ਕੈਰੀਅਰ ਦਾ ਅੰਤ ਕਰ ਦਿੱਤਾ ਹੈ। ਉਸਨੇ 12 ਟੈਸਟ ਅਤੇ 99 T20 ਅੰਤਰਰਾਸ਼ਟਰੀ ਮੈਚਾਂ ਦੇ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ। 39 ਸਾਲਾ ਇਹ ਖਿਡਾਰਨ T20 ਫਾਰਮੈਟ ਤੋਂ ਪਹਿਲਾਂ ਹੀ ਸੰਨਿਆਸ ਲੈ ਚੁੱਕੀ ਹੈ। ਮਾਰਚ ਵਿੱਚ ਭਾਰਤ ਦੀ ਇੱਕ ਦਿਨਾਂ ਵਿਸ਼ਵ ਕੱਪ ਮੁਹਿੰਮ ਖਤਮ ਹੋਣ ਤੋਂ ਬਾਅਦ ਉਸਦੇ ਸਾਰੇ ਫਾਰਮੈਟਾਂ ਨੂੰ ਅਲਵਿਦਾ ਦੀ ਸੰਭਾਵਨਾ ਪ੍ਰਗਟਾਈ ਸੀ। RJD ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿੱਚ ਪਲਾਮੂ ਦੀ ਅਦਾਲਤ ਵਿੱਚ ਆਪਣਾ ਜੁਰਮ ਕਬੂਲ ਕਰ ਲਿਆ, ਜਿਸ ਤੋਂ ਬਾਅਦ ਅਦਾਲਤ ਨੇ ਲਾਲੂ ਤੇ 6000 ਰੁਪਏ ਦਾ ਜੁਰਮਾਨਾ ਲਾ ਕੇ ਬਰੀ ਕਰ ਦਿੱਤਾ। ਸਵੇਰੇ ਜਿਵੇਂ ਹੀ ਅਦਾਲਤ ਦੀ ਕਾਰਵਾਈ ਸ਼ੁਰੂ ਹੋਈ ਤਾਂ ਲਾਲੂ ਪ੍ਰਸਾਦ ਯਾਦਵ ਨੇ ਆਪਣਾ ਜੁਰਮ ਕਬੂਲ ਕਰ ਲਿਆ, ਜਿਸ ਤੋਂ ਬਾਅਦ ਅਦਾਲਤ ਨੇ ਇਹ ਫੈਸਲਾ ਸੁਣਾਇਆ। ਇਸ ਤੋਂ ਪਹਿਲਾਂ ਯਾਦਵ ਸਵੇਰੇ 7:30 ਵਜੇ ਜੱਜ SK ਮੁੰਡਾ ਦੀ ਅਦਾਲਤ ਵਿੱਚ ਪੇਸ਼ ਹੋਏ। ਦਰਅਸਲ 2009 ਦੇ ਵਿੱਚ ਚੋਣ ਪ੍ਰਚਾਰ ਦੌਰਾਨ ਲਾਲੂ ਯਾਦਵ ਨੇ ਹੈਲੀਕਾਪਟਰ ਨੂੰ ਗੜਵਾ ਦੇ ਵਿੱਚ ਨਿਰਧਾਰਿਤ ਥਾਂ ਤੋਂ ਕਿਸੇ ਹੋਰ ਥਾਂ ਤੇ ਉਤਰਵਾਇਆ ਸੀ, ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਮੈਜਿਸਟ੍ਰੇਟ ਨੇ ਲਾਲੂ ਦੇ ਖਿਲਾਫ ਚੋਣ ਜ਼ਾਬਤੇ ਦੀ ਉਲੰਘਣਾ ਦਾ ਕੇਸ ਦਰਜ ਕੀਤਾ ਸੀ। ਜੁਰਮਾਨੇ ਦੀ ਰਕਮ ਜਮ੍ਹਾਂ ਕਰਵਾਉਣ ਤੋਂ ਬਾਅਦ ਉਹ ਪਟਨਾ ਦੇ ਲਈ ਰਵਾਨਾ ਹੋ ਗਏ। ਜੁਰਮਾਨਾ 6000 ਦਾ ਲਾਇਆ ਗਿਆ। ਭਾਰਤੀ ਖੇਡ ਅਥਾਰਟੀ ਸਾਈ ਨੇ ਮਹਿਲਾ ਸਾਈਕਲਿਸਟ ਦੇ ਵੱਲੋਂ ਮੁੱਖ ਕੋਚ RK ਸ਼ਰਮਾ ਤੇ ਗਲਤ ਵਿਵਹਾਰ ਦਾ ਦੋਸ਼ ਲਾਇਆ, ਜਿਸ ਤੋਂ ਬਾਅਦ ਸਿਖਲਾਈ ਤੇ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਣ ਦੇ ਲਈ ਸਲੋਵੇਨੀਆ ਗਈ ਪੂਰੀ ਭਾਰਤੀ ਟੀਮ ਨੂੰ ਵਾਪਸ ਬੁਲਾ ਲਿਆ ਗਿਆ। ਭਾਰਤੀ ਟੀਮ ਦੇ ਵਿੱਚ 5 ਪੁਰਸ਼ ਤੇ 1 ਮਹਿਲਾ ਸਾਈਕਲਿਸਟ ਸ਼ਾਮਿਲ ਹੈ ਤੇ ਉਸਨੇ ਪਹਿਲਾਂ ਦੇ ਪ੍ਰੋਗਰਾਮ ਮੁਤਾਬਿਕ 14 ਜੂਨ ਨੂੰ ਸਲੋਵੇਨੀਆ ਤੋਂ ਪਰਤਣਾ ਸੀ। ਸਾਈ ਨੇ ਦੋਸ਼ ਲਾਉਣ ਵਾਲੀ ਸਾਈਕਲਿਸਟ ਨੂੰ ਪਹਿਲਾਂ ਹੀ ਵਾਪਸ ਸੱਦ ਲਿਆ ਸੀ ਤੇ ਮਾਮਲੇ ਦੀ ਜਾਂਚ ਲਈ ਕਮੇਟੀ ਕਾਇਮ ਕਰ ਦਿੱਤੀ ਹੈ। यूपी ਦੇ ਲਖਨਊ ਦੇ ਵਿੱਚ ਆਨਲਾਈਨ ਗੇਮ ਖੇਡਣ ਤੋਂ ਰੋਕਣ ਤੇ 16 ਸਾਲਾ ਲੜਕੇ ਨੇ ਕਥਿਤ ਤੌਰ ਤੇ ਆਪਣੀ ਮਾਂ ਦਾ ਹੀ ਕਤਲ ਕਰ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਲੜਕਾ ਆਨਲਾਈਨ ਗੇਮ ਖੇਡਣ ਦਾ ਆਦੀ ਸੀ। ਖੇਡਣ ਤੋਂ ਰੋਕਣ ਤੇ ਮਾਂ ਨਾਲ ਗੁੱਸੇ ਸੀ। ਪੁਲਿਸ ਨੇ ਮੰਗਲਵਾਰ ਰਾਤ ਮਾਂ ਦੀ ਗਲੀ ਸੜੀ ਲਾਸ਼ ਬਰਾਮਦ ਕਰਕੇ ਪੋਸਟਮਾਰਟਮ ਦੇ ਲਈ ਭੇਜ ਦਿੱਤੀ। ਨਾਬਾਲਿਗ ਲੜਕਾ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਨੇ ਦੱਸਿਆ ਕਿ ਲੜਕੇ ਨੇ ਸ਼ਨੀਚਰਵਾਰ ਨੂੰ ਆਪਣੀ ਮਾਂ ਨੂੰ ਗੋਲੀ ਮਾਰ ਦਿੱਤੀ। ਉਸ ਦੀ ਲਾਸ਼ ਨੂੰ 2 ਦਿਨ ਤੱਕ ਕਮਰੇ ਦੇ ਵਿੱਚ ਬੰਦ ਰੱਖਿਆ। ਫਿਰ ਮੰਗਲਵਾਰ ਨੂੰ ਪੱਛਮੀ ਬੰਗਾਲ ਦੇ ਵਿੱਚ ਤੈਨਾਤ ਆਪਣੇ ਫੌਜੀ ਪਿਤਾ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ। ਉਸਨੇ ਦੱਸਿਆ ਕਿ ਘਟਨਾ ਸਮੇਂ ਲੜਕੇ ਦੀ 9 ਸਾਲਾ ਭੈਣ ਵੀ ਘਰੇ ਸੀ। ਲੜਕੇ ਨੇ ਕਥਿਤ ਤੌਰ ਤੇ ਉਸ ਨੂੰ ਧਮਕਾਇਆ। ਲਾਸ਼ ਵਿੱਚੋਂ ਨਿਕਲਣ ਵਾਲੀ ਬਦਬੂ ਨੂੰ ਛੁਪਾਉਣ ਦੇ ਲਈ ਉਸਨੇ ਰੂਮ ਫਰੈਸ਼ਨਰ ਦੀ ਵਰਤੋਂ ਵੀ ਕੀਤੀ। ਦੇਖ ਸਕਦੇ ਹਾਂ, ਆਪਾਂ ਸੋਚ ਸਕਦੇ ਹਾਂ ਕਿ ਕੀ ਹੋ ਰਿਹਾ ਹੈ। ਕਿਸ ਕਦਰ ਆਪਣੇ ਜਿਹੜੇ ਸਭ ਤੋਂ ਨੇੜਲੇ ਰਿਸ਼ਤੇ ਨੇ ਉਹਨਾਂ ਦਾ ਹੀ ਘਾਣ ਕਰ ਦਿੰਦੇ ਆ ਸਿਰਫ ਮਟੀਰੀਅਲ ਦੇ ਵਿੱਚ ਫਸ ਕੇ। ਮਟੀਰੀਅਲ ਨਹੀਂ ਤਾਂ ਹੋਰ ਕੀ ਹੈ, ਮੋਬਾਈਲ ਮਟੀਰੀਅਲ ਹੈ, ਉਸ ਦੇ ਵਿੱਚ ਖੇਡੀ ਜਾਣ ਵਾਲੀ ਗੇਮ ਵੀ ਪਦਾਰਥ ਹੈ। ਪਦਾਰਥਾਂ ਦੇ ਪਿੱਛੇ ਲੱਗ ਕੇ ਅਸੀਂ ਜਿਹੜੇ ਇਨਸਾਨੀ ਰਿਸ਼ਤੇ ਨੇ ਉਹਨਾਂ ਦਾ ਵੀ ਘਾਣ ਕਰ ਦਿੰਦੇ ਆ। ਮਾਂ ਤੇ ਪੁੱਤ ਦਾ ਰਿਸ਼ਤਾ ਬਹੁਤ ਪਵਿੱਤਰ ਹੁੰਦਾ ਹੈ ਤੇ ਇੱਥੇ ਗੇਮ ਦੀ ਖਾਤਰ ਮਾਂ ਦਾ ਹੀ ਕਤਲ ਕਰ ਦਿੱਤਾ। ਅਮਰੀਕਾ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਕਿਸੇ ਵੇਲੇ ਵੀ ਪਰਮਾਣੂ ਪ੍ਰੀਖਣ ਕਰ ਸਕਦਾ ਹੈ। ਅਮਰੀਕਾ ਦੇ ਇੱਕ ਅਧਿਕਾਰੀ ਨੇ ਚੇਤਾਵਨੀ ਦਿੱਤੀ ਹੈ ਕਿ ਉੱਤਰੀ ਕੋਰੀਆ ਅਜਿਹਾ
ਕਿਸੇ ਵਕਤ ਵੀ ਕਰ ਸਕਦਾ ਹੈ। ਉੱਤਰੀ ਕੋਰੀਆ ਦੇ ਲਈ ਅਮਰੀਕਾ ਦੇ ਵਿਸ਼ੇਸ਼ ਪ੍ਰਤੀਨਿਧੀ ਸੁੰਗ ਕਿਮ ਦੀ ਚੇਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਉੱਤਰੀ ਕੋਰੀਆ ਨੇ 8 ਬੈਲਿਸਟਿਕ ਮਿਸਾਈਲਾਂ ਦਾ 2 ਦਿਨ ਪਹਿਲਾਂ ਹੀ ਪ੍ਰੀਖਣ ਕੀਤਾ ਹੈ। ਇਸ ਦਰਮਿਆਨ ਅਮਰੀਕਾ ਦੀ ਵਿਦੇਸ਼ ਉਪ ਮੰਤਰੀ ਵੈਂਡੀ ਸ਼ਰਮਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉੱਤਰੀ ਕੋਰੀਆ ਦੇ ਅਜਿਹੇ ਕਿਸੇ ਵੀ ਪਰਮਾਣੂ ਪ੍ਰੀਖਣ ਦਾ ਤੁਰੰਤ ਅਤੇ ਜ਼ੋਰਦਾਰ ਜਵਾਬ ਦਿੱਤਾ ਜਾਊਗਾ। ਜਰਮਨੀ ਤੋਂ ਵੱਡੇ ਹਾਦਸੇ ਦੀ ਖਬਰ ਹੈ, ਜਿੱਥੇ ਰਾਜਧਾਨੀ ਬਰਲਿਨ ਦੇ ਵਿੱਚ ਇੱਕ ਕਾਰ ਸਵਾਰ ਨੇ ਆਪਣੀ ਗੱਡੀ ਰਾਹਗੀਰਾਂ ਉੱਤੇ ਚੜ੍ਹਾ ਦਿੱਤੀ। ਇਸ ਘਟਨਾ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਹਲੇ ਤੱਕ ਇਹ ਨਹੀਂ ਪਤਾ ਲੱਗ ਪਾਇਆ ਕਿ ਵਿਅਕਤੀ ਨੇ ਜਾਣਬੁੱਝ ਕੇ ਅਜਿਹਾ ਕੀਤਾ ਜਾਂ ਫਿਰ ਅਣਜਾਣੇ ਵਿੱਚ ਉਸ ਤੋਂ ਹਾਦਸਾ ਹੋ ਗਿਆ। ਕਾਰ ਚਲਾਉਣ ਵਾਲੇ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ। ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ ਅਤੇ ਅਫਵਾਹਾਂ ਤੋਂ ਬਚ ਕੇ ਰਿਹਾ ਕਰੋ। ਸਵੇਰ ਦੀਆਂ ਖਬਰਾਂ 'ਚ ਫਿਰ ਮਿਲਾਂਗੇ। ਧੰਨਵਾਦ।